ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਨਦਰ ਕਰਨੀ ਮਹਾਰਾਜ, गुरु नानक साहब हजूर। जैसी मैं आवे खसम की बाणी तैसड़ा करी ज्ञान वे लालो। वाहो वाहो बाणी निरंकार है। आनंद साहब दी असी इस 11वीं पौड़ी की विचारत शुरू करनी है। आनंद दी बाणी दी विचार करते हुए सानू गुरु अमरदास के दर्शन होंदे हन। गुरु अमरदास सानू जीवन के उस शिखर के बारे, उस सहज और उत्तम अवस्था के बारे ज्ञान दे रहे हैं जिहड़ी हुक्म है, जिहड़ी सदा सृष्टि के कण कण विच विराजमान है और जो जीवन विच असी कमाण आए हाँ, जिस ਅੰਮ੍ਰਿਤ ਨੂੰ ਅਸੀਂ ਖੋਜਦੇ ਹਾਂ ਔਰ ਜਿਸ ਕਰਕੇ ਅਸੀਂ ਸਭ ਭਟਕ ਰਹੇ ਹਾਂ, ਉਸੇ ਨੂੰ ਲੱਭਣ ਦੀ ਗੱਲ ਸਾਡੇ ਜੀਵਨ ਵਿੱਚ ਚੱਲਦੀ ਹੈ। ਗੁਰੂ ਅਮਰਦਾਸ ਉਸ ਅਵਸਥਾ ਦਾ ਗਿਆਨ ਦੇ ਰਹੇ ਹਨ। ਉਸ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਉਹ ਦੱਸ ਰਹੇ ਹਨ ਔਰ ਕਿਨਾਂ ਕਾਰਨਾਂ ਕਰਕੇ ਮੈਨੂੰ ਗਿਆਨ ਨਹੀਂ ਹੋ ਰਿਹਾ ਉਸ ਅਵਸਥਾ ਦਾ ਉਹ ਦੱਸ ਰਹੇ ਹਨ। ਅਗਰ ਇਸ ਤਰ੍ਹਾਂ ਵਿਚਾਰਿਆ ਜਾਏ ਤਾਂ ਜੀਵਨ ਦੀ ਇਹ ਬਾਣੀ ਅਗਰ ਮੇਰੇ ਮਨ ਵਿੱਚ ਪੂਰੀ ਤਰ੍ਹਾਂ ਉਤਰ ਜਾਏ, ਇਹਦਾ ਗਿਆਨ ਹੋ ਜਾਏ, ਤਾਂ ਮੈਂ ਜੀਵਨ ਦੇ ਉਸ ਸੁਨਹਿਰੇ ਅੱਖਰਾਂ ਨੂੰ ਜਾਣ ਸਕਦਾ ਹਾਂ ਜਿਹੜੇ ਸਦਾ ਮੇਰੇ ਨਾਲ ਹੋਣਗੇ। ਇਸ ਪੌੜੀ ਵਿੱਚ ਅੱਜ ਉਹ ਵਿਚਾਰ ਚੱਲ ਰਹੀ ਹੈ, ਇਨਸਾਨ ਦੇ ਨਾਲ ਕੀ ਹੈ, ਮੈਂ ਕਿਹੜੀ ਚੀਜ਼ ਦੇ ਨਾਲ ਚੱਲਦਾ ਹਾਂ। ਮੈਂ ਆਪਣੀ ਪਰਛਾਈ ਨੂੰ ਆਪਣਾ ਰੂਪ ਸਮਝ ਕੇ ਜੀਵਨ ਜੀਂਦਾ ਹਾਂ, ਪਰ ਕੁਝ ਇਹੋ ਜਿਹੀ ਇੱਕ ਅਵਸਥਾ, ਇਹੋ ਜਿਹੀ ਇੱਕ ਵਸਤੂ ਮੇਰੇ ਬਿਲਕੁਲ ਨੇੜੇ ਹੈ ਜਿਹੜੀ ਪਰਛਾਈ ਤੋਂ ਵੀ ਜ਼ਿਆਦਾ ਨੇੜੇ ਹੈ। ਉਹ ਕਿਹੜੀ ਚੀਜ਼ ਹੈ ਜਿਹੜੀ ਮੇਰੇ ਨਾਲ ਹੈ ਔਰ ਉਹਦਾ ਮੈਨੂੰ ਗਿਆਨ ਨਹੀਂ ਹੈ। ਉਸ ਕਰਕੇ ਮੈਂ ਹਾਂ, ਮੇਰੇ ਕਰਕੇ ਉਹ ਨਹੀਂ ਹੈ। ਮੈਂ ਹਾਂ, ਇਹ ਮੇਰਾ ਭੁਲੇਖਾ ਹੈ। ਜੀਵਨ ਦੀਆਂ ਉਲਝਣਾਂ ਕਿੱਥੋਂ ਖੜੀਆਂ ਹੋ ਰਹੀਆਂ ਹਨ? ਮੇਰੇ ਤੋਂ ਔਰ ਮੈਂ ਤੋਂ ਖੜੀਆਂ ਹੋ ਰਹੀਆਂ ਹਨ। ਪਰ ਗੁਰੂ ਨੇ ਸਮਝਾਇਆ ਹੈ ਕਿ ਇਸ ਮੈਂ ਤੋਂ ਦੂਰ ਇੱਕ ਅਵਸਥਾ ਹੈ ਜਿੱਥੇ ਮਨ ਵੀ ਬਦਲ ਜਾਂਦਾ ਹੈ ਔਰ ਮੈਂ ਤੋਂ ਬਦਲ ਕੇ ਇੱਕ ਨਿਰਾਲਾ ਰੂਪ ਮਨ ਵਿੱਚ ਆ ਜਾਂਦਾ ਹੈ। ਮਨ ਦਾ ਮੂਲ ਕੀ ਹੈ? ਮੈਂ ਉਸ ਦੇ ਨਾਲ ਚੱਲਦਾ ਹਾਂ, ਉਹ ਮੇਰੇ ਨਾਲ ਹੈ, ਪਰ ਉਹਦਾ ਮੈਨੂੰ ਗਿਆਨ ਨਹੀਂ ਹੈ। ਇਹ ਪੌੜੀ ਸਾਨੂੰ ਸਮਝਾਏਗੀ ਜੀਵਨ ਬਾਰੇ। ਕਿਸ ਤਰ੍ਹਾਂ ਗੁਰੂ ਸਮਝਾਉਂਦੇ ਹਨ, ਬਹੁਤ ਪਿਆਰ ਨਾਲ ਸਮਝਾਉਂਦੇ ਹਨ। ਗੁਰੂ ਅਮਰਦਾਸ ਮਹਾਰਾਜ ਦੀ ਬਹੁਤ ਬਿਰਧ ਉਮਰ ਰਹੀ ਹੈ। ਜੀਵਨ ਦਾ ਅਥਾਹ ਐਕਸਪੀਰੀਅੰਸ ਰਿਹਾ ਹੈ। ਜਿਵੇਂ ਠਹਿਰ ਕੇ ਹੀ ਗੁਰਿਆਈ ਮਿਲੀ ਹੋਏ ਔਰ ਠਹਿਰਾਓ ਵਿੱਚ ਹੀ ਖਰਚੀ ਹੋਏ। ਇੱਕ ਖੁਸ਼ਬੂ ਹੈ ਗੋਇੰਦਵਾਲ ਦੇ ਇਸ ਗੁਰੂ ਤੋਂ ਜਿਹੜੇ ਮਨ ਵਿੱਚ ਬੜਾ ਸਕੂਨ ਲਿਆਂਦੀ ਹੈ। ਕੋਈ ਦੁਨੀਆ ਦੀ ਬਾਣੀ ਇਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਮੇਰੇ ਆਨੰਦ ਦੇ ਨਾਲ ਰਸਤਾ ਰੱਖਦੀ ਹੋਏ, ਮੇਰੀ ਹੈਪੀਨੈਸ ਦੇ ਨਾਲ ਰਾਬਤਾ ਰੱਖਦੀ ਹੋਏ। ਸਿਫਤ ਇੱਕ ਇਹ ਬਾਣੀ ਹੈ ਜਿਹੜੀ ਦੱਸਦੀ ਹੈ ਕਿ ਜੀਵਨ ਦੇ ਵਿੱਚ ਆਨੰਦ ਇੱਕ ਸਿਨ ਨਹੀਂ ਹੈ। ਬਲਿਸ ਔਰ ਹੈਪੀਨੈਸ ਇਹ ਮੇਰਾ ਰਾਈਟ ਹੈ ਅਗਰ ਮੈਂ ਜੀਵਨ ਨੂੰ ਸਹੀ ਤਰੀਕੇ ਨਾਲ ਜੀਆਂ
ਤਾਂ ਇਸ ਪੂੰਜੀ ਨੂੰ ਮੈਂ ਜਾਣ ਸਕਦਾ ਹਾਂ। ਆਓ ਇਸ ਬਾਣੀ ਨੂੰ ਪੜ੍ਹੀਏ 2 ਵਾਰ, ਪਦੇ ਨੂੰ ਪੜ੍ਹ ਕੇ ਪੌੜੀ ਨੂੰ ਪੜ੍ਹੀਏ 2 ਵਾਰ। ਥੋੜ੍ਹਾ ਬਾਣੀ ਮਨ ਵਿੱਚ ਬੈਠੇ। ਗੁਰੂ ਦੇ ਕਈ ਸ਼ਬਦ ਜਦੋਂ ਬਾਰ-ਬਾਰ ਪੜ੍ਹਦੇ ਹਾਂ ਤਾਂ ਤੀਰ ਵਾਂਗ ਲੱਗਦੇ ਹਨ। ਮਨ ਸੁੱਤਾ ਹੈ, ਕਿਹੜੇ ਤੀਰ ਤੋਂ ਜਗੇਗਾ ਸਾਨੂੰ ਨਹੀਂ ਪਤਾ ਹੈ। ਮਹਾਰਾਜ ਨੂੰ ਅਰਦਾਸ ਕਰਕੇ, ਹਜ਼ੂਰੀ ਦੀ ਬੇਨਤੀ ਕਰਕੇ, ਗੁਰੂ ਦੇ ਚਰਨਾਂ ਵੱਲ ਨਿਗਾਹ ਕਰਕੇ ਸ਼ਬਦ ਬਾਣੀ ਨੂੰ ਮਨ ਵਿੱਚ ਉਤਾਰਨ ਦੀ ਅਰਦਾਸ ਕਰੀਏ। ਆਓ 2 ਵਾਰ ਪਦੇ ਨੂੰ ਪੜ੍ਹ ਕੇ ਫਿਰ ਇਹਦੀ ਵਿਚਾਰ ਵਿੱਚ ਉਤਰਦੇ ਹਾਂ। ਧੰਨਵਾਦ। ਵਾਹਿਗੁਰੂ ਜੀ। ਏ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ। ਏ ਕੁਟੰਬ ਤੁਝੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ। ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਵਾਹਿਗੁਰੂ ਜੀ। ਧੰਨਵਾਦ ਵੀਰ, ਧੰਨਵਾਦ ਹੈ ਵੀਰ। ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ। ਅਧਿਆਤਮ ਦੀ, ਸਪਿਰਚੁਅਲਿਟੀ ਦੀ, ਧਰਮ ਦੇ ਸਿਖਰ ਦੀ ਕਮਾਈ ਦੀ ਰਹੱਸ ਛਿਪਿਆ ਹੈ ਮਨ ਨੂੰ ਸੰਭਾਲਣ ਵਿੱਚ। ਮੈਂ ਮਨ ਦੇ ਗਿਆਨ ਵਿੱਚ ਨਹੀਂ ਰਹਿੰਦਾ। ਮਨ ਮੇਰਾ ਮਾਲਕ ਹੈ। ਇਸ ਤੋਂ ਪਾਰ ਜਾਣਾ ਮੈਨੂੰ ਆਉਂਦਾ ਨਹੀਂ ਹੈ ਔਰ ਇਸੇ ਦੀ ਉਲਝਣ ਵਿੱਚ ਮੈਂ ਆਜੀਵਨ ਬਿਤਾ ਦਿੰਦਾ ਹਾਂ। ਮਨ ਨੂੰ ਕਿਵੇਂ ਐਡਰੈਸ ਕਰਨਾ ਹੈ, ਇਹ ਇੱਕ ਉੱਤਮ ਕਲਾ ਹੈ ਔਰ ਇਹਦਾ ਇੱਕ ਰਹੱਸ ਗੁਰੂ ਕਹਿੰਦੇ ਹਨ ਕਿ ਸ਼ਬਦ ਦੇ ਵਿੱਚ ਹੀ ਹਾਜ਼ਰ ਹੈ। ਸ਼ਬਦ ਤੋਂ ਬਿਨਾਂ ਇਸ ਮਨ ਨੂੰ ਸੰਭਾਲਿਆ ਨਹੀਂ ਜਾ ਸਕਦਾ। ਜਿਵੇਂ ਇੱਕ ਦਰਿਆ ਬਹੁਤ ਤੇਜ਼ੀ ਨਾਲ ਵਹਿੰਦਾ ਹੋਏ, ਬਹੁਤ ਹੀ ਐਨਰਜੀ ਹੋਏ ਔਰ ਉਸ ਨੂੰ ਬੰਦ ਪਾਉਣਾ ਹੋਏ, ਉਹਨੂੰ ਕੰਟਰੋਲ ਕਰਨਾ ਹੋਏ, ਬੰਨ੍ਹਣਾ ਹੋਏ, ਤਾਂ ਗੁਰੂ ਕਹਿੰਦਾ ਹੈ ਉਹ ਸ਼ਬਦ ਨਾਲ ਹੀ ਹੋ ਸਕਦਾ ਹੈ। ਮਨ ਉਹਦਾ ਬੰਧਨ ਹੈ, ਉਸ ਨੂੰ ਬੰਨ੍ਹ ਦਿੰਦਾ ਹੈ। ਮਨ ਨੂੰ ਤਿਆਗਣ ਲਈ ਸ਼ਬਦ ਉਹਦਾ ਬੰਧਨ ਹੈ। ਸ਼ਬਦ ਉਸ ਨੂੰ ਟ੍ਰਾਂਸੈਂਡ ਕਰਨ ਦੀ ਵਿਧੀ ਦੱਸ ਸਕਦਾ ਹੈ। ਕਿਉਂ ਹੈ ਮਹਾਰਾਜ? ਗੁਰੂ ਨਾਨਕ ਸਾਹਿਬ ਦੀ ਇੱਕ ਬਹੁਤ ਪਿਆਰੀ ਸ਼ਬਦ ਵਿਚਾਰ ਹੈ ਜਿਹੜੀ ਬਾਬਰ ਬਾਣੀ ਕਹਿਲਾਈ ਜਾਂਦੀ ਹੈ ਔਰ ਉਹ ਬਾਬਰ ਦੀ ਇਨਵੇਜ਼ਨ ਦੇ ਨਾਲ ਰਿਲੇਸ਼ਨ ਰੱਖਦੀ ਹੈ। ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਨੂੰ ਇਹ ਕਿਹਾ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਿ ਜਿਸ ਤਰ੍ਹਾਂ ਮੈਨੂੰ ਨਿਰੰਕਾਰ ਦੀ ਬਾਣੀ ਆ ਰਹੀ ਹੈ, ਮੈਂ ਉਸੇ ਤਰ੍ਹਾਂ ਗਿਆਨ ਅੱਗੇ ਦੇ ਰਿਹਾ ਹਾਂ। ਇਹ ਪ੍ਰੋਫੈਟਿਕ ਸ਼ਬਦ ਹੈ। ਇਹਦੀ ਇੱਕ ਪੰਕਤੀ ਵਿੱਚ ਸਾਹਿਬ ਨੇ ਦੱਸਿਆ ਹੈ ਕਿ ਬਾਬਰ ਨੂੰ ਵੀ ਵੈਂਕੁਸ਼ ਕੀਤਾ ਜਾਏਗਾ। ਆਏ 78 ਜਾਏ 97, ਇੱਕ ਹੋਰ ਵੀ ਉੱਠਸੀ ਮਰਦ ਕਾ ਚੇਲਾ। ਗੱਲ ਇਸ ਤਰ੍ਹਾਂ ਹੈ ਕਿ ਬਾਣੀ ਦੀ ਜਿਹੜੀ ਪ੍ਰਤੱਖ ਵਰਤੋਂ ਹੈ ਉਹ ਇੱਕ ਮਾਨਸਿਕ ਅਵਸਥਾ ਨਾਲ ਰਿਲੇਸ਼ਨ ਰੱਖਦੀ ਹੈ। ਜਦੋਂ ਮਨ ਸਮਾਇਆ ਹੋਇਆ ਹੈ, ਜਿਵੇਂ ਗੁਰੂ ਨਿਰੰਕਾਰ ਦੇ ਰੂਪ ਵਿੱਚ ਹਾਜ਼ਰ ਹੈ, ਨਿਰੰਕਾਰ ਦੀ ਬਾਣੀ ਗੁਰੂ ਨੂੰ ਪ੍ਰਗਟ ਹੈ ਔਰ ਗੁਰੂ ਨੂੰ ਜਿਹੜੇ ਬਾਣੀ ਦੇ ਦਰਸ਼ਨ ਹੁੰਦੇ ਹਨ ਉਹ ਉਸ ਕਸੌਟੀ ਤੇ ਚੈੱਕ ਵੀ ਹੋ ਸਕਦੇ ਹਨ।
ਇਸ ਕਰਕੇ ਗੁਰੂ ਅਰਜਨ ਸਾਹਿਬ ਨੇ ਜਦੋਂ ਬਾਣੀ ਦੇ ਵਿੱਚ ਮੁਹਰ ਲਗਾਈ ਹੈ ਭਗਤ ਕਬੀਰ ਦੇ, ਭਗਤ ਨਾਮਦੇਵ ਦੀ ਜਾਂ ਹੋਰ ਵੀ ਬਾਣੀਆਂ ਦੇ ਵਿੱਚ, ਤਾਂ ਉਹ ਇੱਕ ਕਸੌਟੀ ਤੇ ਪਰਖੇ ਗਏ ਹਨ ਜੁੜੇ ਹੋਏ ਮਨ ਨਾਲ, ਜਿਵੇਂ ਕਿ ਇੱਕ ਲਿਟਮਸ ਟੈਸਟ ਕੀਤਾ ਜਾਂਦਾ ਹੈ, ਕੌਣ ਸਹੀ ਕੌਣ ਗਲਤ। ਪੂਰਨ ਬ੍ਰਹਮ ਗਿਆਨ ਦੀ ਅਵਸਥਾ ਦਾ ਹੀ ਪ੍ਰਗਟਾਵਾ ਗੁਰਬਾਣੀ ਵਿੱਚ ਕੀਤਾ ਗਿਆ ਹੈ। ਭਗਤ ਰਵਿਦਾਸ ਹੋਏ ਜਾਂ ਹੋਰ ਭਗਤਾਂ ਦੀਆਂ ਬਾਣੀਆਂ ਹਨ, ਉਸ ਬਾਣੀ ਨਾਲ ਜਿਹੜੀ ਨਿਰੰਕਾਰ ਤੋਂ ਪ੍ਰਗਟ ਹੈ, ਉਸ ਨਾਲ ਜੁੜ ਕੇ ਅਸੀਂ ਨਿਰੰਕਾਰ ਨੂੰ ਜੁੜਦੇ ਹਾਂ। ਉਹਦੇ ਵਿੱਚ ਉਹ ਕੁਆਲਿਟੇਟਿਵ ਸੈਡੀਮੈਂਟਸ ਹਨ ਜਿਹੜੇ ਨਿਰੰਕਾਰ ਤੋਂ ਆ ਰਹੇ ਹਨ। ਇਹਨਾਂ ਵਿੱਚ ਹਉਮੈ ਦੀ ਗੱਲ ਨਹੀਂ ਹੋ ਰਹੀ ਹੈ, ਇੱਥੇ ਨਿਰੰਕਾਰ ਦੇ ਦਰਸ਼ਨ ਹਨ। ਦਰਸ਼ਨ ਤੋਂ ਕੀ ਭਾਵ ਹੁੰਦਾ ਹੈ ਮਹਾਰਾਜ? ਜੋ ਮਨ ਵਿੱਚ ਉਤਰ ਜਾਏ, ਜੋ ਮਨ ਦੇ ਰੂਪ ਲੈ ਲਏ, ਜਿਹਦੇ ਵਿੱਚ ਮੇਰਾ ਮਨ ਭਿੱਜ ਜਾਏ, ਜਿਹਦੇ ਵਿੱਚ ਮੈਂ ਨਾ ਰਹਾ, ਉਹ ਦਰਸ਼ਨ ਹਨ। ਮਨ ਚੂਰੇ ਖਟ ਦਰਸ਼ਨ ਜਾਣ, ਘਟ ਦਰਸ਼ਨ ਜਾਣ। ਮਨ ਨੂੰ ਸੰਭਾਲਣਾ ਬਾਣੀ ਦੇ ਨਾਲ ਹੈ। ਅਗਰ ਮਨ ਇਕਾਗਰ ਨਹੀਂ ਹੋਏਗਾ, ਮਨ ਸੁਰਤ ਦਾ ਰੂਪ ਨਹੀਂ ਲਏਗਾ, ਤਾਂ ਫਿਰ ਰੈਸਟਡ ਮਾਈਂਡ ਨਹੀਂ ਹੈ, ਉਹਦੇ ਵਿੱਚ ਅਸਿਮੀਲੇਸ਼ਨ ਆਫ ਐਨਰਜੀ ਨਹੀਂ ਹੈ, ਤਾਂ ਉਹ ਅਹਰਣ ਮਤ ਦਾ ਰੂਪ ਨਹੀਂ ਲੈ ਸਕਦੀ। ਜਤ ਪਹਾਰਾ ਧੀਰਜ ਸੁਣਿਆਰ, ਇਸ ਧੀਰਜ ਔਰ ਧੈर्य ਨਾਲ ਮਨ ਖੜਾ ਹੁੰਦਾ ਹੈ। ਫਿਰ ਇਹ ਅਹਰਣ ਮਤ ਹੋ ਜਾਂਦੀ ਹੈ, ਐਨਵਲ ਦੀ ਤਰ੍ਹਾਂ ਅਨਸਟੇਬਲ। ਇਹ ਜੀਵਨ ਸਾਡੀ ਸਟੇਬਿਲਿਟੀ ਵੀ ਟੈਸਟ ਕਰਦਾ ਹੈ ਨਾਲ ਨਾਲ, ਕਿਉਂਕਿ ਅਗਰ ਸਾਡੇ ਮਨ ਵਿੱਚ ਸਟੇਬਿਲਿਟੀ ਨਹੀਂ ਹੈ ਤਾਂ ਉਹ ਨਿਰੰਕਾਰ ਜੋ ਅਡੋਲ ਹੈ ਉਸ ਨਾਲ ਕਿਵੇਂ ਜੁੜ ਪਾਏਗਾ। ਮਨ ਦੀ ਜਿਹੜੀ ਅਵਸਥਾ ਦੀ ਗੱਲ ਗੁਰਬਾਣੀ ਉੱਤਮ ਮਨ ਦੀ, ਮੂਲ ਮਨ ਦੀ ਗੱਲ ਕਰਦੀ ਹੈ, ਉਹ ਅਡੋਲ ਹੈ, ਅਨਚੇਂਜਿੰਗ ਹੈ, ਸਦਾ ਲਈ ਹੈ, ਉਹ ਕਦੇ ਗਿਵ ਅਪ ਨਹੀਂ ਕਰਦਾ ਹੈ। ਜਿਵੇਂ ਮੈਂ ਕਰ ਜਾਂਦਾ ਹਾਂ, ਸਮੱਸਿਆਵਾਂ ਦੇ ਸਾਹਮਣੇ ਹਾਰ ਹੀ ਜਾਂਦਾ ਹਾਂ ਕਈ ਵਾਰ, ਔਰ ਇਹ ਖੜੀਆਂ ਵੀ ਮੈਂ ਹੀ ਕੀਤੀਆਂ ਹਨ। ਆਪਣੇ ਆਪ ਹੀ ਗੱਡਾ ਖੋਦਿਆ ਹੈ ਔਰ ਆਪ ਹੀ ਉਹਦੇ ਵਿੱਚ ਫਸ ਗਏ ਹਾਂ। ਗੁਰਬਾਣੀ ਮਨ ਨੂੰ ਸੰਭਾਲਣ ਦੀ ਵਿਧੀ ਦੱਸਦੀ ਹੈ, ਮਨ ਨੂੰ ਕਿਵੇਂ ਗਿਆਨ ਨਾਲ ਜੋੜਨਾ ਹੈ। ਗਿਆਨ ਕੀ ਹੈ ਮਹਾਰਾਜ? ਅਵੇਅਰਨੈਸ ਹੈ ਜੀਵਨ ਦੀ। ਜੀਵਨ ਵਿੱਚ ਸੱਚ ਕੀ ਹੈ, ਜੀਵਨ ਵਿੱਚ ਕੀ ਹੈ ਜੋ ਸਦਾ ਲਈ ਰਹੇਗਾ। ਗੁਰੂ ਅਮਰਦਾਸ ਮਹਾਰਾਜ ਬੇਨਤੀ ਕਰਦੇ ਹਨ, ਹੁਕਮ ਕਰਦੇ ਹਨ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਨ ਨੂੰ ਪ੍ਰੇਰ ਰਹੇ ਹਨ, ਤੂੰ ਸਦਾ ਸੱਚ ਨੂੰ ਸੰਭਾਲ। ਸਦਾ ਇਹ ਅਡੋਲ ਅਵਸਥਾ ਦੀ ਨਿਸ਼ਾਨੀ ਹੈ। ਸਦਾ ਕੌਣ ਹੈ? ਇੱਕ ਨਿਰੰਕਾਰ ਹੈ ਜੋ ਅਡੋਲ ਹੈ, ਅਸਥਿਰ ਹੈ, ਅਚਲ ਹੈ, ਜਿਸ ਦੇ ਵਿੱਚ ਪੂਰਨ ਗਿਆਨ ਹੈ, ਕੰਪਲੀਟ ਅਵੇਅਰਨੈਸ ਹੈ, ਜੋ ਇਸ ਜੀਵਨ ਤੋਂ ਪਰੇ ਦੀ ਇੱਕ ਅਵਸਥਾ ਦੱਸਦਾ ਹੈ ਜਿਹੜੀ ਅਨਚੇਂਜਿੰਗ ਹੈ। ਗੁਰੂ ਨੇ ਉਸ ਨੂੰ ਸੱਚ ਕਿਹਾ ਹੈ। ਫਿਰ ਸੱਚ ਦੀ ਡੈਫੀਨੇਸ਼ਨ ਕਈ ਰੂਪ ਰੱਖਦੀ ਹੈ, ਔਰ ਮਹਾਨ ਕੋਸ਼ ਵਿੱਚ ਇੱਕ ਅਰਥ ਜੋ ਸੱਚ ਦਾ ਸਾਹਮਣੇ ਆਉਂਦਾ ਹੈ ਉਹ ਆਨੰਦ ਵੀ ਹੈ। ਉਹਦੇ ਵਿੱਚ ਸੱਚ ਆਨੰਦ ਦਾ ਰੂਪ ਵਿੱਚ ਸਾਡੇ ਸਾਹਮਣੇ ਪ੍ਰਗਟ ਹੈ। ਤਾਂ ਨਾਨਕ ਸਾਚੇ ਕੋ ਸੱਚ ਜਾਣ, ਨਾਨਕ ਸਾਚੇ ਕੋ ਸੱਚ ਜਾਣ। ਸਾਚੇ ਨੂੰ ਸੱਚ ਜਾਣੀਏ, ਜਿਹਦੇ ਕਰਕੇ ਅਸੀਂ ਹਾਂ, ਜਿਹਦੇ ਅਸੀਂ ਮਾਲਕ ਨਹੀਂ ਹਾਂ, ਉਹ ਮਾਲਕ ਹੈ। ਜਦ ਤੱਕ ਜੀਵਨ ਵਿੱਚ ਮੈਂ ਆਪਣੇ ਆਪ ਨੂੰ ਮਾਲਕ ਜਾਣਦਾ ਹਾਂ ਤਾਂ ਮੈਂ ਹਾਰੇ ਹੋਏ ਪੱਤੇ ਖੇਡ ਰਿਹਾ ਹਾਂ, ਕਿਉਂਕਿ ਉਹ ਸੱਚ ਨਹੀਂ ਹੈ। ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸਾਚਾ ਜੋ ਹੈ, ਜੋ ਨਿਰੰਕਾਰ ਹੈ, ਉਸ ਨੂੰ ਸੱਚ ਜਾਣ। ਤਾਂ ਗੁਰੂ ਕਹਿ ਰਹੇ ਹਨ, ਮਨ ਨੂੰ ਪ੍ਰੇਰਦੇ ਹਨ, ਮਨ ਨੂੰ
ਆਦੇਸ਼ ਕਰਦੇ ਹਨ, ਮਨ ਨੂੰ ਜੋੜਦੇ ਹਨ ਕਿ ਉਸ ਅਵਸਥਾ ਤੇ ਗਿਆਨ ਵਿੱਚ ਰਹੀਏ ਜਿਸ ਨੂੰ ਸੰਭਾਲ ਸਕੇ। ਮਨ ਸੱਚੇ ਨੂੰ ਸੰਭਾਲ ਲਏ, ਸਾਚੇ ਦੇ ਹੁਕਮ ਵਿੱਚ ਰਹੇ, ਉਹਦੇ ਦਰਸ਼ਨ ਵਿੱਚ ਰਹੇ, ਉਹਦੀ ਅਵੇਅਰਨੈਸ ਵਿੱਚ ਰਹੇ। ਕਿਸ ਦੀ ਅਵੇਅਰਨੈਸ ਵਿੱਚ ਅਸੀਂ ਜੀ ਰਹੇ ਹਾਂ? ਗੁਰੂ ਕਹਿ ਰਹੇ ਹਨ, ਇਹ ਕੁਟੰਬ ਜੋ ਤੂੰ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਇਹ ਕੁਟੰਬ ਜੋ ਤੂੰ ਦੇਖਦਾ, ਇਸ ਪਰਿਵਾਰ ਨੂੰ ਮੈਂ ਦੇਖਦਾ ਹਾਂ, ਇਹਦੀ ਦੇਖ ਰੇਖ ਵਿੱਚ ਆਪਣੀ ਸ਼ਕਤੀ ਲਗਾਉਂਦਾ ਹਾਂ। ਅਸੀਂ ਸਾਰੇ ਹੀ ਲਗਾਉਂਦੇ ਹਾਂ। ਚੱਲੇ ਨਾਹੀਂ ਤੇਰੇ ਨਾਲੇ। ਪਰ ਮੈਨੂੰ ਲੱਗਦਾ ਹੈ ਇੱਥੇ ਮਹਾਰਾਜ ਸਿਰਫ ਪਰਿਵਾਰ ਦੀ ਹੀ ਗੱਲ ਨਹੀਂ ਕਰ ਰਹੇ ਹਨ। ਇਹ ਜੋ ਕੁਝ ਵੀ ਮੈਂ ਸਮੇਟਿਆ ਹੈ, ਅਸਿਮੀਲੇਟ ਕੀਤਾ ਹੈ, ਜਿਹਦੇ ਵਿੱਚ ਮੈਂ ਆਪਣੀ ਡਿਫਾਈਨਡ ਲਾਈਫ ਨੂੰ ਜਾਣਦਾ ਹਾਂ, ਕੰਡੀਸ਼ਨਡ ਮਾਈਂਡ ਨੂੰ ਬਣਾਉਂਦਾ ਹਾਂ। ਮੈਂ ਕੀ ਹਾਂ ਸੁਸਾਇਟੀ ਵਿੱਚ ਡਿਫਾਈਨ ਹੁੰਦਾ ਹੈ। ਇਹ ਸਭ ਕੁਟੰਬ ਹੀ ਤੇ ਹੈ, ਹੋਰ ਕੀ ਹੈ। ਕਿਸੇ ਕੋਲ ਪਰਿਵਾਰ ਨਾ ਵੀ ਹੋਏ, ਉਹ ਮਿੱਤਰਾਂ ਨੂੰ, ਸੱਗੀਆਂ ਨੂੰ, ਸਾਥੀਆਂ ਨੂੰ, ਉਹ ਕੰਮ ਕਰਨ ਨੂੰ, ਇਹ ਸਭ ਨੂੰ ਕੁਟੰਬ ਹੀ ਸਮਝਦਾ ਹੈ। ਫਿਰ ਕੁਟੰਬ ਉਹ ਹੈ ਜਿੱਥੇ ਮੈਂ ਐਨਰਜੀ ਲਗਾਈ ਹੈ, ਕਮਿਟ ਕੀਤੀ ਹੈ। ਜਿਸ ਜੀਵਨ ਨੂੰ ਮੈਂ ਸੱਚ ਜਾਣ ਕੇ ਜੀ ਰਿਹਾ ਹਾਂ, ਗੁਰੂ ਜਗਾ ਰਹੇ ਹਨ। ਗੁਰੂ ਦਰਅਸਲ ਉਸ ਅਵਸਥਾ ਦੇ ਪਾਰ ਖੜੇ ਹਨ ਜਿਹਦਾ ਮੈਂ ਮਾਲਕ ਨਹੀਂ ਹਾਂ। ਗੁਰੂ ਜੀਵਨ ਦੇ ਪੂਰੇ ਸਪੈਕਟਰਮ ਨੂੰ ਦੇਖਦੇ ਹਨ ਔਰ ਜਾਣਦੇ ਹਨ। ਸਿਰਫ ਸੀਨ ਵਰਲਡ ਨੂੰ ਮੈਂ ਜਾਣਦਾ ਹਾਂ, ਸੈਂਸਿਸ ਵਰਲਡ ਨੂੰ ਮੈਂ ਜਾਣਦਾ ਹਾਂ, ਔਰ ਉਹਦੇ ਪਾਰ ਨਹੀਂ ਮੈਂ ਜਾਂਦਾ। ਇਸ ਦੁਨੀਆ ਦੀ ਇੱਕ ਬੜੀ ਵੱਡੀ ਟ੍ਰੈਜਡੀ ਹੈ ਕਿ ਅਸੀਂ ਜੋ ਸਭ ਤੋਂ ਜ਼ਿਆਦਾ ਮਨ ਵਿੱਚ ਮੇਰੇ ਅਗਰ ਕੋਈ ਈਵਲ ਗਿਣਿਆ ਜਾ ਸਕਦਾ ਹੈ ਜਾਂ ਮੇਰਾ ਪਰਦਾ ਗਿਣਿਆ ਜਾ ਸਕਦਾ ਹੈ, ਗੁਰੂ ਨੇ ਇਸ ਤਰ੍ਹਾਂ ਨਹੀਂ ਸਮਝਾਇਆ ਕਿ ਕੋਈ ਈਵਲ ਹੈ, ਕੋਈ ਡੈਵਲ ਹੈ। ਗੁਰੂ ਨੇ ਪਰਦਾ ਦੱਸ ਦਿੱਤਾ ਹੈ। ਇੱਕ ਪਰਦਾ ਪਿਆ ਹੈ, ਕਹਿ ਰਹੇ ਹਨ। ਇੱਕ ਦੀਵਾਰ ਹੈ ਔਰ ਉਹ ਕੂੜ ਦੀ ਹੈ, ਝੂਠੀ ਹੈ ਉਹ ਵੀ। ਇਸ ਸਟੇਟਮੈਂਟ ਵਿੱਚ ਕਿਤਨੀ ਹੋਪ ਹੈ। ਮੈਨੂੰ ਸੱਚ ਨੂੰ ਜਾਣਨ ਵਾਸਤੇ ਮੇਰੇ ਵਿਜ਼ਨ ਦੇ ਅੱਗੇ ਇੱਕ ਦੀਵਾਰ ਹੈ, ਪਰ ਉਹ ਝੂਠੀ ਹੈ। ਇਹ ਕਿਤਨੀ ਐਬਸੋਲੂਟ ਪਾਵਰਫੁਲ ਸਟੇਟਮੈਂਟ ਹੈ ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ। ਕੂੜ ਦੀ ਪਾਲ ਕਿਵੇਂ ਟੁੱਟੇਗੀ? ਝੂਠ ਦੀ ਦੀਵਾਰ ਹੈ। ਦੈਟਸ ਆਲ। ਮੇਰੇ ਔਰ ਸੱਤ ਦੇ ਗਿਆਨ ਦੇ ਵਿੱਚ ਇੱਕ ਝੂਠ ਦੀ ਦੀਵਾਰ ਖੜੀ ਹੈ ਔਰ ਮਹਾਰਾਜ ਉਸੇ ਨੂੰ ਜੀਵਨ ਦਾ ਤੱਤ ਪ੍ਰਸ਼ਨ ਬਣਾ ਕੇ ਸਾਡੇ ਸਾਹਮਣੇ ਜਪਜੀ ਵਿੱਚ ਪੇਸ਼ ਕਰਦੇ ਹਨ। ਔਰ ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਰੀ ਕਥਾ ਵਿਚਾਰ ਹੈ ਕਿ ਸੱਚ ਨੂੰ ਕਿਵੇਂ ਜਾਣ ਲੈਣਾ ਹੈ। ਔਰ ਗੁਰੂ ਅਮਰਦਾਸ ਉਸ ਨੂੰ ਰੀਇਨਫੋਰਸ ਕਰਦੇ ਹਨ, ਤੂੰ ਸਦਾ ਸੱਚ ਸੰਭਾਲੇ। ਇਹ ਕੂੜ ਦੀ ਦੀਵਾਰ ਕੀ ਹੈ, ਕਿਸ ਤਰ੍ਹਾਂ ਹੈ, ਕੀ ਇਹਦਾ ਮੇਰੇ ਨਾਲ ਰਿਲੇਸ਼ਨਸ਼ਿਪ ਹੈ ਔਰ ਕਿਵੇਂ ਇਹ ਗਿਰ ਸਕਦੀ ਹੈ, ਇਹੀ ਜੀਵਨ ਦੀ ਡੈਫੀਨੇਸ਼ਨ ਹੈ। ਔਰ ਇਹਦਾ ਇੱਕ ਪੰਕਤੀ ਦਾ ਜਵਾਬ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਹੈ, ਸਾਨੂੰ ਉਹ ਆਜੀਵਨ ਸਮਝ ਨਹੀਂ ਆਉਂਦਾ। ਕਿਉਂਕਿ ਅਗਰ ਇੱਕ ਪੰਕਤੀ ਸਮਝ ਆ ਜਾਏ ਤਾਂ ਸਭ ਮਾਇਆ ਗਿਰ ਜਾਏਗੀ। ਦਰਅਸਲ ਸਮਝਣ ਦੀ ਗੱਲ ਨਹੀਂ ਹੈ, ਕਿਉਂਕਿ ਧਰਮ ਵਿਚਾਰ ਤੋਂ ਪਰੇ ਹੈ। ਜਦ ਮੈਂ ਧਰਮ ਕਹਿੰਦਾ ਹਾਂ ਤਾਂ ਜਾਂ ਮੇਰਾ ਮੂਲ ਨੇਚਰ ਹੈ, ਮੈਂ ਉਹਦੀ ਗੱਲ ਕਰਦਾ ਹਾਂ। ਸਟਰਕਚਰਡ ਰਿਲੀਜਨ ਇਸ ਵੇਲੇ ਇੱਕ ਡਿਜ਼ਾਸਟਰ ਜ਼ੋਨ ਵਿੱਚ ਚੱਲ ਰਿਹਾ ਹੈ, ਜਿਹਦੇ ਮਾਲਕ ਵੀ ਉਹੀ ਬਣ ਗਏ ਹਨ ਜਿਨ੍ਹਾਂ ਨੂੰ ਧਰਮ ਦਾ ਗਿਆਨ ਨਹੀਂ ਹੈ। ਇਸ ਸ਼ਬਦ, ਜਿਹੜੀ ਸ਼ਬਦ ਦੀ ਰੈਫਰੈਂਸ ਮੈਂ ਪਹਿਲਾਂ ਦਿੱਤੀ, ਉਹਦੇ ਵਿੱਚ ਵੀ ਸਾਹਿਬ ਨੇ ਇਹੋ ਜਿਹੀ ਕੁਝ ਬਿਆਨ ਕੀਤਾ ਹੈ ਕਿ ਨਾ ਤਾਂ ਕਾਜੀ ਔਰ ਮੁੱਲਾ, ਇਹ ਸਭ ਇਹਨਾਂ ਦੀ ਪੰਡਤ ਦੀ ਜਿਹੜੀ ਧਾਰਮਿਕ ਅਵਸਥਾ ਹੈ ਉਹ ਗਿਰ ਚੁੱਕੀ ਹੈ। ਅੱਜ ਦੀ ਜੀਵਨ ਨੂੰ ਅਸੀਂ ਦੇਖੀਏ ਤਾਂ ਉਹ
ਮਾਲਕ ਹਨ ਹੁਣ ਕੰਟਰੋਲ ਕਰ ਰਹੇ ਹਨ ਰਿਲੀਜਨ ਨੂੰ। ਕਿਸੇ ਵੀ ਰਿਲੀਜਨ ਦੀ ਗੱਲ ਹੋਏ, ਜਿਹੜੇ ਰਿਲੀਜਨ ਨੂੰ ਜਾਣਦੇ ਨਹੀਂ, ਜਿਹੜੇ ਧਰਮ ਨੂੰ ਜਾਣਦੇ ਨਹੀਂ, ਜਾਂ ਜਿਹੜੇ ਸਪਿਰਿਚੁਅਲਿਟੀ ਦੀ ਅਵੇਅਰਨੈਸ ਨਹੀਂ ਰੱਖਦੇ ਹਨ। ਮੇਰੀ ਅਸੈਸਮੈਂਟ ਹੈ। ਔਰ ਕਿਉਂਕਿ ਸਾਨੂੰ ਸਪਿਰਿਚੁਅਲਿਟੀ ਦਾ, ਅਧਿਆਤਮ ਦਾ, ਅੰਤਰਾਤਮਾ ਦਾ ਗਿਆਨ ਨਹੀਂ ਹੈ, ਇਸ ਕਰਕੇ ਸਾਨੂੰ ਇਹ ਗਿਆਨ ਵੀ ਨਹੀਂ ਹੈ ਕਿ ਕੌਣ ਜਾਣਦਾ ਹੈ ਔਰ ਕੌਣ ਨਹੀਂ ਜਾਣਦਾ। ਸਾਡੇ ਕੋਲ ਕੋਈ ਮੈਜਰਿੰਗ ਟੂਲ ਨਹੀਂ ਹੈ ਜਿਹਦੇ ਨਾਲ ਮੈਂ ਮੈਜਰ ਕਰ ਸਕਦਾ ਹਾਂ। ਤਾਂ ਫਿਰ ਜੋ ਜ਼ਿਆਦਾ ਸੋਸ਼ਲ ਮੀਡੀਆ 'ਤੇ ਇੰਪੈਕਟ ਕ੍ਰੀਏਟ ਕਰ ਸਕਦਾ ਹੈ, ਜੋ ਜ਼ਿਆਦਾ ਲੌਜੀਕਲ ਸੁਣਦਾ ਹੈ, ਬੋਲਦਾ ਹੈ, ਪ੍ਰੈਜ਼ੈਂਟ ਕਰਦਾ ਹੈ, ਜਾਂ ਜਿਹਦੇ ਕੋਲ ਜ਼ਿਆਦਾ ਪੈਸਾ ਹੈ ਆਪਣੀ ਗੱਲ ਨੂੰ ਫੈਲਾਉਣ ਵਾਸਤੇ, ਉਸੇ ਨੂੰ ਮੈਂ ਫਿਰ ਗੁਰੂ ਜਾਣਦਾ ਹਾਂ ਜਾਂ ਅਧਿਆਤਮਕ ਗਿਆਨੀ ਜਾਣਦਾ ਹਾਂ। ਇੱਕ ਟ੍ਰੈਜਡੀ ਹੈ ਔਰ ਇਹ ਇਨਵਾਈਟਡ ਟ੍ਰੈਜਡੀ ਹੈ। ਇਸ ਨੂੰ ਮੈਂ ਔਰ ਅਸੀਂ ਸਾਰੇ ਇਨਵਾਈਟ ਕਰ ਰਹੇ ਹਾਂ, ਕਿਉਂਕਿ ਅਸੀਂ ਸੱਚ ਦੇ ਵਪਾਰੀ ਨਹੀਂ ਹਾਂ। ਇਸ ਕਰਕੇ ਝੂਠ ਨੂੰ ਹੀ ਚੂਜ਼ ਕਰਦੇ ਜਾਂਦੇ ਹਾਂ। ਉਹ ਰਸਤਾ ਲੱਭਦੇ ਹਾਂ ਜਿਹਦੇ ਨਾਲ ਮੈਂ ਨਾ ਗਿਰ ਨਹੀਂ ਪਾਏ। ਔਰ ਇਹੀ ਗੱਲ ਗੁਰੂ ਅਮਰਦਾਸ ਹੁਣ ਇੱਥੇ ਛੇੜ ਰਹੇ ਹਨ ਕਿ ਮਨ ਦੇ ਵਿੱਚ ਸੱਚ ਨੂੰ ਸੰਭਾਲਣ ਦਾ ਮਤਲਬ ਹੈ ਕਿ ਮੈਨੂੰ ਗਿਰਨਾ ਹੋਏਗਾ। ਅਗਰ ਕੋਈ ਕਹਿੰਦਾ ਹੈ ਕਿ ਮੈਂ ਸਪਿਰਿਚੁਅਲ ਬਣਨਾ ਹੈ, ਤਾਂ ਗੁਰੂ ਨੇ ਉਹਦੀ ਇੱਕ ਅਵਸਥਾ ਦੱਸੀ ਹੈ, ਉਸ ਨੂੰ ਡਿਫਾਈਨ ਕੀਤਾ ਹੈ ਗੁਰਮੁਖ। ਅਗਰ ਮੈਨੂੰ ਪੁੱਛਿਆ ਜਾਏ ਜਾਂ ਜੋ ਮੈਨੂੰ ਸਮਝ ਆਉਂਦੀ ਹੈ, ਗੁਰਮੁਖ ਇੱਕ ਜੀਣ ਦੀ ਕਲਾ ਹੈ, ਇੱਕ ਐਟੀਟਿਊਡ ਹੈ ਟੂਵਰਡਸ ਲਾਈਫ। ਔਰ ਉਹੀ ਇੱਥੇ ਵੀ ਰਿਫਲੈਕਟ ਹੋ ਰਿਹਾ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਕੁਟੁੰਬ ਜੇ ਤੂੰ ਦੇਖਦਾ, ਇਹ ਕੁਟੁੰਬ ਤੂੰ ਜੇ ਦੇਖਦਾ, ਚੱਲੇ ਨਹੀਂ ਤੇਰੇ ਨਾਲੇ। ਜਦ ਮੈਂ ਕੁਟੁੰਬ ਨੂੰ ਦੇਖਦਾ ਹਾਂ ਤਾਂ ਮੈਂ ਐਕਸਪੈਕਟੇਸ਼ਨ ਵਿੱਚ ਜੀਂਦਾ ਹਾਂ, ਹੁਕਮ ਵਿੱਚ ਨਹੀਂ ਜੀਂਦਾ। ਦੇਖਣ ਦਾ ਮਤਲਬ ਹੈ ਕਿ ਜਦ ਮੈਂ ਉਹਦੀ ਹਜ਼ੂਰੀ ਵਿੱਚ ਜੀ ਰਿਹਾ ਹਾਂ ਤਾਂ ਮੈਂ ਐਕਸਪੈਕਟੇਸ਼ਨ ਵਿੱਚ ਹੀ ਜੀਆਂਗਾ। ਇੱਕ ਮਨ ਤਾਂ ਮੇਰਾ ਐਕਸਪੈਕਟੇਸ਼ਨ ਵਿੱਚ ਜੀਏਗਾ ਹੀ, ਇਸ ਨੂੰ ਤਾਂ ਮੰਨਿਆ ਜਾਏਗਾ। ਅਗਰ ਮੈਂ ਕਿਸੇ ਮੀਟਿੰਗ ਤੇ ਜਾ ਰਿਹਾ ਹਾਂ ਤਾਂ ਮੈਂ ਇਹ ਉਮੀਦ ਰੱਖ ਕੇ ਜਾਵਾਂਗਾ ਕਿ ਮੀਟਿੰਗ ਹੋਣੀ ਹੈ। ਇਹ ਹੁਣ ਰੋਜ਼ਮर्रा ਦਾ ਜੀਵਨ ਦੀ ਗੱਲ ਹੈ। ਅਗਰ ਮੈਂ ਖਾਣਾ ਖਾਣ ਜਾਵਾਂਗਾ ਤਾਂ ਉਮੀਦ ਰੱਖਾਂਗਾ ਕਿ ਖਾਣਾ ਮਿਲੇਗਾ। ਇਹ ਐਕਸਪੈਕਟੇਸ਼ਨ ਦਾ ਜੀਵਨ ਹੈ। ਇਹ ਇਸ ਮਨ ਦੇ, ਇਸ ਚਲਤੇ ਮਨ ਦੀ ਸਟੇਟ ਹੈ। ਇਹ ਸਾਡੇ ਨਾਲ ਰੋਜ਼ਮर्रा ਦੇ ਜੀਵਨ ਵਿੱਚ ਜੀਏਗੀ। ਇਹਦੀ ਗੱਲ ਨਹੀਂ ਹੋ ਰਹੀ ਹੈ। ਗੱਲ ਇਹ ਹੋ ਰਹੀ ਹੈ ਕਿ ਕੀ ਮੈਂ ਉਸ ਜੀਵਨ ਦੇ ਤੱਤ ਦੇ ਗਿਆਨ ਵਿੱਚ ਹਾਂ ਜਿਹੜਾ ਸਦਾ ਹੀ ਹੈ, ਸੱਚ ਹੈ ਔਰ ਆਨੰਦ ਰੂਪ ਵਿੱਚ ਬਿਰਾਜਮਾਨ ਹੈ ਮੇਰੇ ਨਾਲ। ਉਸ ਅਵਸਥਾ ਦਾ ਅਗਰ ਮੈਂ ਗਿਆਨ ਰੱਖ ਕੇ ਜੀਵਨ ਜੀਆ ਤਾਂ ਜੋ ਕੁਝ ਮੈਂ ਕੀਤਾ ਉਹ ਸਭ ਪ੍ਰਵਾਨ ਹੈ। ਔਰ ਅਗਰ ਮੈਂ ਉਸ ਦਾ ਗਿਆਨੀ ਨਹੀਂ ਹਾਂ ਜਾਂ ਉਸ ਵੱਲ ਮੁੱਖ ਕਰਕੇ ਚੱਲ ਨਹੀਂ ਰਹਾ ਹਾਂ ਜਾਂ ਮੇਰੇ ਕੋਲ ਉਹ ਗੁਰਮੁਖ ਐਟੀਟਿਊਡ ਨਹੀਂ ਹੈ ਜਿਹੜਾ ਮੈਨੂੰ ਉਹਦੇ ਵੱਲ ਤੋਰ ਰਿਹਾ ਹੈ, ਕਿਉਂਕਿ ਮੈਨੂੰ ਲੱਗਦਾ ਹੈ ਹੋ ਸਕਦਾ ਹੈ ਕਈ ਵਾਰ ਕਿ ਇਹ ਜਰਨੀ ਜਨਮਾਂ ਦੇ ਵਿੱਚ ਨਿਕਲੇ। ਹੁਣੀ ਤਾਂ ਖਿਣ ਵਿੱਚ ਹੈ, ਹੁਣੀ ਦਾ ਪਲ ਵਿੱਚ ਹੈ, ਪਰ ਉਹਦੀ ਤਿਆਰੀ ਵਿੱਚ ਸਮਾਂ ਲੱਗ ਸਕਦਾ ਹੈ। ਮੈਨੂੰ ਇਹ ਮਹਿਸੂਸ ਹੁੰਦਾ ਹੈ ਇਹ ਜਨਮਾਂ ਦੀ ਵੀ ਗੱਲ ਚੱਲ ਸਕਦੀ ਹੈ। ਪਰ ਜਦੋਂ ਗੁਰੂ ਔਰ ਸਿੱਖ ਦਾ ਰਿਲੇਸ਼ਨਸ਼ਿਪ ਬਣਿਆ ਜਾਂਦਾ ਹੈ ਔਰ ਗੁਰਮੁਖ ਐਟੀਟਿਊਡ ਦੇ ਅਵੇਅਰਨੈਸ ਵਿੱਚ ਮੈਂ ਜੀਣਾ ਸ਼ੁਰੂ ਕਰ ਦਿੰਦਾ ਹਾਂ ਤਾਂ ਮੈਂ ਟਹਿੰਦਾ ਡਿੱਗਦਾ ਚੜ੍ਹਦਾ ਜਾ। ਜਦੋਂ ਇਸ ਚੀਜ਼ ਨੂੰ ਮੈਂ ਵਿਚਾਰਦਾ ਹਾਂ ਕਿ ਜੀਵਨ ਮੈਨੂੰ ਕੀ ਦੇਗਾ, ਕਿੱਥੋਂ ਸੁੱਖ ਮਿਲੇਗਾ, ਮੈਨੂੰ ਦਰਦ ਕਿਉਂ ਹੋ ਰਿਹਾ ਹੈ, ਤਾਂ ਮੈਨੂੰ ਜੀਵਨ ਦਾ ਗਿਆਨ ਸਮਝ ਆਏਗਾ ਕਿ ਜੀਵਨ ਹੈ ਕੀ। ਗੁਰੂ ਨੇ ਜਦੋਂ ਸਾਨੂੰ ਇਸ ਪੰਕਤੀ ਦਾ ਜਵਾਬ ਦਿੱਤਾ ਹੈ ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ, ਮਹਾਰਾਜ ਨੇ ਕਿਹਾ ਹੈ ਹੁਕਮ ਰਜ਼ਾਈ ਚੱਲਣਾ। ਇਹ ਗੁਰਮੁਖ ਐਟੀਟਿਊਡ ਹੈ, ਹੁਕਮ ਦੀ ਰਜ਼ਾ ਵਿੱਚ ਚੱਲਣਾ। ਨਾਨਕ ਲਿਖਿਆ ਨਾਲ। ਭਗਤ ਨਾਮਦੇਵ ਦਾ ਸ਼ਬਦ ਯਾਦ ਆਉਂਦਾ ਹੈ, ਦੂਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ,
मैं एक जर्नी विच हाँ जो जीवन है, इस जर्नी दे विच बीज मैं बोए हैं। एक हुक्म लॉ मैनू गवर्न कर रहा है, आपे बीज आपे ही खाओ, नानक हुक्मी आवो जाओ। वो लॉ है कि मेरे बीज मैं ही खाने हैं। तो जो सुख या दुख मेरे सामने आ रहा है मेरा ही बीजिया है। पर इत्थे एक मिरेकलस जी गल होंदी है कि गुरु ने सुख और दुख की गल साडे नाल इस तरह नहीं कीती कि जो अनेकां ही सुख हैं जिहड़े दुख बन जाणगे। गुरु ने कहा है कि इन्हां सुखां और दुखां तो परे एक आनंद की अवस्था है, वो मेरे मन दे विच विराजमान है, वो मेरे नाल है। उहदे बारे की है मेरा, उस बारे मेरे सारे दिन विच की हुंदा है। और गुरु सानू बार बार रीइनफोर्स कर रहे हैं कि जो इस जीवन की जर्नी विच होएगा उत्थे कर्म तो गवर्नड है, पर जो उस आनंद अवस्था और सहज अवस्था की गल अगर चलती है तो वह नदर तो गवर्नड है। तो गुरु कहता है कि इसनू संभालना है, रज़ा विच चलना है। जदों मैनू मेरा कोई गाइड कहता है, जंगल दे विच गुम गया मैं और मेरा गाइड समझाता है कि यह रास्ता है बाहर निकलण दा, तो जिस समय मैं उस गाइड की गाइडेंस ले लई तो मेरी अपनी सोच फिर चली गई। फिर मैं आप तड़फदा नहीं हाँ। दो चीज़ां हो जांदियां हैं, एक मैं रेस्ट कर लैंदा हाँ, मेरी स्ट्रगल खत्म हो जाती है। दूसरा मैनू हुण यह ज्ञान हो जाता है कि मैं पहुँच ही गया हाँ, हुण भटकन नहीं है, ठहराव आ गया है। तीसरा मैं अपने आप सोचना छड्ड दिंदा हाँ कि मैं कित्थे होर लब्भां रस्ते। मेरे कदम हुण गाइड दे दसे कदमां ते गिरनगे तो रज़ा विच चल पिया। मैं कितनी दूर हाँ मैं डेस्टिनेशन तो, कितना गहरा मैं जंगल दे विच उतरिया हाँ, कितना ज़्यादा मैं गुम गया हाँ, कितने डेंजर विच हाँ कि नहीं हाँ, यह चीज़ां उहदे नाल रिलेशन नहीं रखदियां हैं। जब मैं रज़ा विच हाँ तो मैं पहुँच गया हाँ, आई हैव ऑलरेडी अराइव्ड, क्योंकि मेरे जीवन में गुरु उतर गया है। हुक्म दी रज़ा आनंद दी अवस्था है महाराज। जिथे मैं गुम गया हाँ एक सैलीब्रेशन चलती है, गुरु नाल मिलन हो गया है। जीवन है कि नहीं है, दुखी है कि सुखी है, जीवन के तत्व विच की छिपिया है उस तो ओवरवेलम हो गया है। महाराज ने जिवें कंठ लाए अवगुण सब मेटे, दयाल पुरख बख्शंद, जिवें बख्शिश कर देती है। बाणी दे विच कई पंक्तियां बहुत प्यार दित्तियां। गुरु कहता है जन परोपकारी आए, यह जन परोपकारी आए हैं। गुरु अपने आप नूं त्याग के अपने सिख नूं नरचर करता है, अपना आप छड़ दिंदा है। जी दान दे भगती लायन, वो जीवन का दान दिंदा है गुरु। यह फिजिकल जीवन नहीं महाराज, एक अध्यात्मक जीवन का ज्ञान दिंदा है। जी दान दे भगती लायन, हर स्यों दैन मिलाए। हरि नाल मिलांदा है, किवें मिलांदा है? अपने आप मिल के। इनू समझना जरूरी है। जागृत गुरु पूर्ण जुड़िया है गुरु अपने मन नू साडे मन नाल जोड़दा है। अगर असी अपने मन नू त्याग दिंदे हां तां मेरा और मेरे गुरु का मन एक हो जाता है। यह हुक्म दी रज़ा है, एक मिलन है रज़ाई विच, हुक्म दी रज़ाई विच, हुक्म दी रज़ा विच एक मिलन है, एक कंप्लीटनेस है,
ਇੱਕ ਪੁੱਗ ਗਿਆ ਹੈ ਇਨਸਾਨ, ਤਾਂ ਹੁਣ ਰਜ਼ਾ ਜਿਹੜੀ ਹੈ ਜੀਵਨ ਦੇ ਵਿੱਚ ਗਵਰਨ ਕਰ ਰਹੀ ਹੈ। ਹੁਕਮ ਰਜ਼ਾਈ ਚੱਲਣਾ, ਫਿਰ ਉਹ ਰੁਕਦਾ ਨਹੀਂ ਹੈ। ਮਨ ਸਥਿਰ ਅਵਸਥਾ ਵਿੱਚ ਜੀਵਨ ਵਿੱਚ ਚੱਲ ਰਿਹਾ ਹੈ, ਔਰ ਨਾਲ ਜੋ ਲਿਖਿਆ ਹੈ ਉਹ ਅਨਫੋਲਡ ਹੋਏਗਾ, ਜੋ ਮੇਰੇ ਕਰਮ ਹਨ ਉਸ ਅਨੁਸਾਰ। ਉੱਥੇ ਵੀ ਗੁਰੂ ਹਾਜ਼ਰ ਹੁੰਦਾ ਹੈ। ਫਿਰ ਪਰਦਾ ਉੱਠ ਗਿਆ ਹੈ ਮਹਾਰਾਜ। ਪ੍ਰੇਮ ਮਿਲ ਜਾਂਦਾ ਹੈ ਜਦੋਂ ਮਨ ਨੂੰ, ਤਾਂ ਮਨ ਦੇ ਵਿੱਚ ਕੌਨਫਲਿਕਟ ਗਿਰ ਜਾਂਦਾ ਹੈ। ਔਰ ਕਿੱਥੇ ਮਿਲਦਾ ਹੈ ਗੁਰੂ ਮਹਾਰਾਜ? ਗੁਰੂ ਸੰਗਤ ਵਿੱਚ ਮਿਲਦਾ ਹੈ। ਕਲੈਕਟਿਵ ਮਾਈਂਡ ਵਿੱਚ ਗੁਰੂ ਹਾਜ਼ਰ ਹੈ। ਗੁਰੂ ਮੇਰੀ ਮਨ ਦੀ ਅਵਸਥਾ ਵਿੱਚ ਵੀ ਮਿਲਦਾ ਹੈ। ਔਰ ਜਦੋਂ ਮੈਂ ਮਨ ਦੀ ਅਵਸਥਾ ਵਿੱਚ ਪੂਰੀ ਤਰ੍ਹਾਂ ਪਰਪੱਕ ਨਹੀਂ ਹਾਂ, ਤਾਂ ਸੰਗਤ ਵਿੱਚ ਵੀ ਮਿਲਦਾ ਹੈ ਮਹਾਰਾਜ। ਜਿਵੇਂ ਆਪ ਦੇ ਆਉਣ 'ਤੇ ਮੈਨੂੰ ਗੁਰੂ ਦਾ ਖਟਕਾ ਲੱਭਦਾ ਹੈ। ਇੱਕ ਸਾਂਝ ਹੈ ਜਿੱਥੇ ਹਉਮੈ ਗਿਰ ਕੇ ਕਲੈਕਟਿਵ ਮਾਈਂਡ ਇੱਕ ਸਰਚ ਵਿੱਚ ਨਿਕਲਦਾ ਹੈ। ਜੰਗਲ ਦੇ ਵਿੱਚ ਗੁਆਚਿਆ ਇਨਸਾਨ ਆਪਣਾ ਪ੍ਰੇਮ ਲੱਭਦਾ ਹੈ। ਗੁਰੂ ਅਮਰਦਾਸ ਸਮਝਾ ਰਹੇ ਹਨ ਕਿ ਇਹ ਜੋ ਕੁਟੁੰਬ ਮੈਂ ਬਣਾਇਆ ਹੈ, ਇਹਨੂੰ ਜਾਣ ਲੈਣਾ ਹੈ ਕਿ ਇਹ ਐਕਸਪੀਰੀਐਂਸ਼ੀਅਲ ਹੈ, ਟ੍ਰਾਂਜ਼ੀਐਂਟ ਹੈ, ਯਾਨੀ ਕਿ ਬਦਲਦਾ ਹੋਇਆ ਹੈ, ਪਰਮਾਨੈਂਟ ਨਹੀਂ ਹੈ। ਪਰਮਾਨੈਂਟ ਤੇ ਤਾਂ ਹੋਏਗਾ ਨਾ ਹਜ਼ੂਰ, ਜਦੋਂ ਮੈਂ ਇਸ ਸਦਾ ਦੀ ਅਵਸਥਾ ਨੂੰ ਜਾਣ ਲਵਾਂਗਾ। ਨਹੀਂ ਤੇ ਕੁਝ ਵੀ ਜੀਵਨ ਵਿੱਚ ਪਰਮਾਨੈਂਟ ਨਹੀਂ ਹੈ। ਮੇਰੀ ਆਈਡੈਂਟੀਟੀ ਬਣੀ ਹੈ ਕਰਮਾਂ ਦੇ ਅਨੁਸਾਰ, ਹਉਮੈ ਔਰ ਦੇ ਵਿੱਚ ਮੈਂ ਆਇਆ ਹਾਂ। ਜਿਸ ਤਰ੍ਹਾਂ ਆਸਾ ਦੀ ਵਾਰ ਵਿੱਚ ਬਹੁਤ ਪਿਆਰ ਨਾਲ ਗੁਰੂ ਨੇ ਸਮਝਾਇਆ ਹੈ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਇਹ ਸਾਰੀ ਕੁਆਲਿਟੀ ਦਾ ਹਉਮੈ ਵਿੱਚ ਹਨ। ਇਹ ਮੈਂ ਬਣ ਗਿਆ। ਔਰ ਜਦੋਂ ਮੇਰਾ ਸਰੀਰ ਗਿਆ, ਵੀ ਤਨ ਵਿੱਚ ਸਵਾ, ਤਾਂ ਤਨ ਦੇ ਵਿੱਚ ਹੀ ਸਵਾ ਹੋ ਗਿਆ। ਕਰਮ ਬਸ ਉਹਨਾਂ ਦੇ ਸੈਡੀਮੈਂਟ ਮਨ ਦੇ ਵਿੱਚ ਰਹਿ ਗਏ ਹਨ। ਨਾਲ ਕੀ ਜਾਏਗਾ? ਇੱਕ ਬੈਗੇਜ ਹੈ ਜਾਂ ਨਾਮ ਹੈ ਨਾਲ। ਕਿਹੜੇ ਕੁਟੁੰਬ ਨੂੰ ਮੈਂ ਜਾਣਿਆ, ਕਿੱਧਰ ਮੈਂ ਗਿਆ? ਅਗਰ ਇਸ ਤਰ੍ਹਾਂ ਵਿਚਾਰੀਏ ਤਾਂ ਕਿਤਨੇ ਹੀ ਜਨਮ ਅਸੀਂ ਜੀ ਲਏ ਹੋਣਗੇ। ਕਿਹੜੇ ਕੁਟੁੰਬ ਨਾਲ ਜੁੜਿਆ ਹਾਂ ਅਸੀਂ? ਸਾਨੂੰ ਗਿਆਨ ਨਹੀਂ ਹੈ। ਕੌਣ ਮਾਤਾ, ਕੌਣ ਪਿਤਾ, ਕੌਣ ਬੱਚੇ, ਕੌਣ ਘਰਵਾਲੀ, ਕੌਣ ਮਿੱਤਰ, ਕਿਹੜੇ ਜਨਮ ਦੇ ਹਨ? ਉਸ ਨੂੰ ਗਿਆਨ ਹੈ ਜਿਸ ਨੇ ਹੁਕਮ ਦੀ ਰਜ਼ਾ ਨੂੰ ਜਾਣ ਲਿਆ। ਦਰਅਸਲ ਉਹ ਤਾਂ ਬ੍ਰਹਮ ਗਿਆਨੀ ਹੈ। ਫਿਰ ਉਹਦੇ ਸਾਹਮਣੇ ਕੋਈ ਪਿਛਲੇ ਜਨਮ ਦਾ ਆਏਗਾ, ਉਹਨੂੰ ਗਿਆਨ ਹੋ ਜਾਏਗਾ। ਪਰ ਉਹਦੇ ਨਾਲ ਵੀ ਕੀ ਕਰਨਾ ਹੈ? ਹਰ ਕਿਸ਼ਤੀ ਇੰਡੀਵਿਜੂਅਲ ਹੈ, ਆਪਣੇ ਕਰਮਾਂ ਨਾਲ ਚੱਲ ਰਹੀ ਹੈ। ਔਰ ਅਸੀਂ ਆਪਣੇ ਬੀਜ ਬੋਏ ਹਨ, ਉਹਦੇ ਵਿੱਚ ਅਧਿਆਤਮ ਦੇ ਬੀਜ ਵੀ ਹਨ। My call for spiritual awakening, whenever it happened, at whatever time, whatever stage in my past or present, will bear fruit, irrespective of my action and reactions. ਕਰਮ ਤੋਂ ਹਟ ਕੇ ਜਿਹੜੀ ਇਹ ਸੱਤ ਦੀ ਪੁਕਾਰ ਅਗਰ ਸੱਚੇ ਮਨ ਤੋਂ ਹੋਈ ਹੈ, ਤਾਂ ਉਹ ਆਪਣੇ ਫੁੱਲ ਖਿਲੇਗੀ ਮਹਾਰਾਜ। ਮਿਲਣ ਹੋਏਗਾ। ਪੂਰਵ ਜਨਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਬੈਰਾਗੀ। ਪਿਛਲੇ ਜਨਮ ਦੇ ਜਦੋਂ ਸੰਸਕਾਰ ਅੱਗੇ ਆਉਂਦੇ ਹਨ ਤਾਂ ਮਿਲ ਜਾਂਦਾ ਹੈ ਫਿਰ ਬੈਰਾਗੀ। ਮਨ ਦੇ ਵਿੱਚ ਅਵਸਥਾ ਆ ਜਾਂਦੀ ਹੈ, ਬਾਹਰ ਆ ਜਾਂਦਾ ਹੈ ਜਾਂ ਅੰਦਰ ਆਉਂਦਾ ਹੈ, ਗੱਲ ਇੱਕੋ ਹੀ ਹੈ। ਇਹਨਾਂ ਚੀਜ਼ਾਂ ਵਿੱਚ ਵਿਚਾਰਨ ਦੀ ਲੋੜ ਇਹ ਹੈ। ਔਰ ਜੋ ਪ੍ਰਸ਼ਨ ਆਜੀਵਨ ਸਾਡੇ ਸਾਹਮਣੇ ਆਉਂਦਾ ਹੈ, ਗੁਰੂ ਨੇ ਕੁਟੁੰਬ ਤੋਂ ਸਾਨੂੰ ਮਨਾ ਕੀਤਾ ਹੈ ਤਾਂ ਅਸੀਂ ਪਰਿਵਾਰ ਛੱਡ ਦੇਈਏ। ਫਿਰ ਇਸ ਮਨ ਦੀ ਚਲਾਕੀ ਦੇਖੋ ਕਿਤਨੀ ਹੈ। ਇੱਕ ਐਕਸਟ੍ਰੀਮ ਵਿੱਚ ਜਾਂਦਾ ਹੈ ਮਨ, ਜਾਂ ਤੇ ਪੂਰਾ ਹੀ ਛੱਡ ਦਿਓ ਜਾਂ ਪੂਰਾ ਹੀ ਉਹਦੇ ਵਿੱਚ ਬਹਿ ਜਾਓ, ਪਤਾ ਹੀ ਨਾ ਰਹੇ ਹੋਰ ਕੀ ਹੈ।
ਗੁਰੂ ਨੇ ਇਹ ਦੋਨਾਂ ਤੋਂ ਸਾਨੂੰ ਵਰਜਿਤ ਕੀਤਾ ਹੈ। ਗੁਰੂ ਨੇ ਕਿਹਾ ਹੈ ਨਾ ਤਾਂ ਇਹਨੂੰ ਛੱਡਣ ਦੀ ਲੋੜ ਹੈ। ਇਹਨੂੰ ਛੱਡਣਾ ਜਾਂ ਨਾ ਛੱਡਣਾ ਨਾ ਮਨ ਦੀ ਕੁਆਲਿਟੀ ਨਹੀਂ ਬਦਲਦੀ ਹੈ। ਕੁਆਲਿਟੇਟਿਵ ਡਿਫਰੈਂਸ ਮਨ ਦੇ ਵਿੱਚ ਕੁਝ ਨਹੀਂ ਹੁੰਦਾ ਹੈ। ਸਭ ਕੁਝ ਛੱਡ ਦਈਏ, ਤਿਆਗ ਕੇ ਇੱਕ ਲੰਗੋਟ ਪਾ ਕੇ ਘੁੰਮੀਏ। ਜਿਸ ਦਿਨ ਕੋਈ ਲੰਗੋਟ ਨੂੰ ਚੋਰੀ ਕਰੇਗਾ ਤਾਂ ਉਸ ਨੂੰ ਮਾਰਨ ਨੂੰ ਫਿਰਾਂਗੇ। ਸਾਰੀ ਕਾਮਨਾ, ਡਿਜ਼ਾਇਰਸ ਲੰਗੋਟ ਦੇ ਵਿੱਚ ਹੀ ਆ ਜਾਣਗੇ। ਮਟੀਰੀਅਲ ਮੈਟਰ ਨਹੀਂ ਕਰਦਾ ਹੈ, ਮਨ ਦੀ ਅਵਸਥਾ ਮੈਟਰ ਕਰਦੀ ਹੈ। ਤਾਂ ਗੁਰੂ ਨੇ ਪ੍ਰੇਰਿਆ ਕਿ ਮਨ ਨੂੰ ਸੰਭਾਲ ਭਾਈ, ਜੋ ਕੁਝ ਕਰਦਾ ਪਿਆ ਹੈ, ਜੋ ਤੇਰੇ ਨਾਲ ਹੈ, ਨਾਨਕ ਲਿਖਿਆ ਨਾਲ, ਉਹਨੂੰ ਐਕਸੈਪਟ ਕਰ ਲੈ। ਫਿਰ ਲਗ ਮਨ ਦੇ ਵਿੱਚ। ਮਨ ਕੀ ਹੈ ਮਹਾਰਾਜ? ਹੁਕਮ ਰਜ਼ਾਈ ਹੈ ਮਹਾਰਾਜ ਮਨ। ਨਾਮ ਹੁਕਮ ਰਜ਼ਾਈ ਹੈ ਨਾਮ। ਜਦੋਂ ਨਾਮ ਦੇ ਵਿੱਚ ਮਨ ਨੂੰ ਬਹਾ ਦੇਵਾਂਗਾ ਤਾਂ ਰਜ਼ਾ ਵਿੱਚ ਜੀਆਂਗਾ। ਸਭ ਕੁਝ ਐਕਸੈਪਟ ਕਰਕੇ ਫਿਰ ਮੈਂ ਨਾਮ ਦੇ ਵਿੱਚ ਜੀਨਾ ਹਾਂ ਮਹਾਰਾਜ। ਇੱਕ ਖੇੜਾ ਮਨ ਦੇ ਵਿੱਚ ਰਹਿੰਦਾ ਹੈ। ਫਿਰ ਹੌਲੇ ਹੌਲੇ ਸਨੇਹ ਸਨੇਹ ਬਾਹਰਲਾ ਜੀਵਨ ਆਪਣਾ ਅਕਸ ਘਟਾਉਂਦਾ ਰਹਿੰਦਾ ਹੈ। ਅੰਤਰ ਦੀ ਅਵਸਥਾ ਪ੍ਰਗਾੜ ਰੂਪ ਵਿੱਚ ਨਾਮ ਨੂੰ ਸੰਭਾਲ ਲੈਂਦੀ ਹੈ। ਗਾਵੋ ਸੱਚੀ ਬਾਣੀ। ਕਿਤਨਾ ਪਿਆਰ ਹੈ ਗੁਰੂ ਦੀ ਇਸ ਡਾਇਰੈਕਸ਼ਨ ਵਿੱਚ। ਸਾਨੂੰ ਸਾਡੇ ਅੰਤਰ ਮਨ ਵੱਲ ਪ੍ਰੇਰ ਰਹੇ ਹਨ। ਤੂੰ ਸਦਾ ਸੱਚ ਸੰਭਾਲੇ। ਕਿਉਂ? ਕਿਉਂਕਿ ਜਿਹੜੀ ਮੈਂ ਇਹ ਬਾਹਰਲੀ ਦੁਨੀਆ ਦੇ ਕਮਿਟਮੈਂਟਸ ਕ੍ਰੀਏਟ ਕੀਤੇ ਹਨ, ਮੇਰੀ ਸਾਰੀ ਹੀ ਐਨਰਜੀ ਉਹਦੇ ਵਿੱਚ ਲੱਗ ਗਈ ਹੈ। ਕੁਝ ਵੀ ਨਹੀਂ ਛੱਡਿਆ ਹੈ ਮੈਂ। ਔਰ ਜੋ ਅਧਿਆਤਮ ਵਾਸਤੇ ਐਨਰਜੀ ਚਾਹੀਦੀ ਹੈ, ਉਹਦੇ ਲਈ ਕੌਨਸ਼ੀਅਸ ਐਫਰਟ ਕਰਨਾ ਪਏਗਾ। ਤਾਂ ਗੁਰੂ ਪ੍ਰੇਰਦੇ ਹਨ ਇਹੋ ਜਿਹੀ ਸੰਗਤਾਂ ਵਾਸਤੇ, ਜਿਹੋ ਜਿਹੀ ਮਹਾਰਾਜ ਦੀ ਬਾਣੀ ਨੂੰ ਅਸੀਂ ਫਿਰ ਸਾਂਝੇ ਹੋ ਕੇ ਵਿਚਾਰਦੇ ਹਾਂ, ਗੁਰੂ ਨੂੰ ਮਿਲਣ ਦਾ ਯਤਨ ਕਰਦੇ ਹਾਂ। ਮੇਰਾ ਇੱਕ ਇਹੋ ਜਿਹੀ ਜਨ ਨਾਲ ਮਿਲਣ ਹੋਇਆ ਛੋਟੀ ਉਮਰ ਵਿੱਚ। ਸੰਤ ਗਿਆਨੀ ਨਿਰੰਜਨ ਸਿੰਘ। ਅਥਾਹ ਪ੍ਰੇਮ ਦਿੱਤਾ ਉਹਨਾਂ ਨੇ। ਬਹੁਤ ਕਨਫਿਊਜ਼ਨ ਸੀ ਜੀਵਨ ਬਾਰੇ, ਔਰ ਇੱਕ ਕਲੈਰਿਟੀ ਸੀ ਕਿ ਜੋ ਜੀਵਨ ਜੀਆ ਜਾ ਰਿਹਾ ਹੈ, ਇਹਦੇ ਵਿੱਚ ਸਿੱਖ ਨਹੀਂ ਦਿਖ ਰਿਹਾ ਮੈਨੂੰ ਕੋਈ। ਇਹ ਸਿੱਖੀ ਨਹੀਂ ਹੈ। ਔਰ ਉਹਨਾਂ ਨੂੰ ਮਿਲ ਕੇ ਮੈਨੂੰ ਸਿੱਖੀ ਦਿਖ ਗਈ ਕੀ ਹੈ। ਇੱਕ ਪ੍ਰੇਮ ਦਿਖਿਆ ਗੁਰੂ ਨਾਲ। ਇੱਕ ਦਿਨ ਮੈਨੂੰ ਰਾਤ ਨੂੰ ਕਹਿੰਦੇ, ਤੂੰ ਗੁਰੂ ਸਾਹਿਬ ਦੀ ਗੱਲ ਰਾਤ ਨੂੰ ਨਾ ਕੀਤਾ ਕਰ। ਫਿਰ ਸਾਰੀ ਰਾਤ ਵਿਰਾਗ ਵਿੱਚ ਜਾਂਦੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਤੇ ਹੀ ਉਹ ਇਮੋਸ਼ਨਲ ਹੋ ਜਾਂਦੇ ਸਨ, ਜਿਵੇਂ ਕੋਈ ਕੁਝ ਪਿਛਲਾ ਹੋਏ। ਸ਼ਾਇਦ ਕੀ ਕਹਿ ਸਕਦਾ ਹੈ ਕੋਈ। ਪਰ ਮੈਂ ਆਪ ਨਾਲ ਇਸ ਕਰਕੇ ਸ਼ੇਅਰ ਕਰ ਰਿਹਾ ਹਾਂ ਕਿ ਇਹੋ ਜਿਹੇ ਮਿਲਣ ਦੀ ਘੜੀਆਂ ਵਿੱਚ ਹੀ ਜੀਵਨ ਰੀਡਿਫਾਈਨ ਹੋ ਜਾਂਦਾ ਹੈ। ਔਰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੇਰੀ ਉਹ ਜੀਵਨ ਦੀ ਘਟਨਾ ਮੇਰੀ ਸਾਰੇ ਜੀਵਨ ਨੂੰ ਡਿਫਾਈਨ ਕਰ ਰਹੀ ਹੈ। ਬਾਹਰ ਜੋ ਹੋ ਰਿਹਾ ਹੈ ਉਹ ਇੱਕ ਅਲੱਗ ਗੱਲ ਹੈ, ਪਰ ਮੇਰੇ ਮਨ ਦੀ ਸਾਰੀ ਅਵਸਥਾ ਨੂੰ ਉਸ ਮੀਟਿੰਗ ਨੇ ਡਿਫਾਈਨ ਕਰ ਦਿੱਤਾ ਹੈ। ਔਰ ਰਿਹਾ ਵੀ ਮੈਂ ਉਹਨਾਂ ਨਾਲ ਕਾਫੀ ਨੇੜੇ। 4 ਸਾਲ ਦਿਨ ਰਾਤ ਦੀ ਸਾਂਝ ਸੀ। ਫਿਰ ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ। ਗੱਲ ਵਿਚਾਰਨ ਦੀ ਇਹ ਹੈ ਕਿ ਮੈਂ ਐਨਰਜੀ ਜੀਵਨ ਦੀ ਪੂਰੀ ਉਹਨਾਂ ਬਾਹਰਲੀ ਕਮਿਟਮੈਂਟਸ ਵਿੱਚ ਦੇ ਦਿੰਦਾ ਹਾਂ ਜਿੱਥੇ ਮੈਨੂੰ ਕੋਈ ਐਨਰਜੀ ਬਚਦੀ ਨਹੀਂ ਅਧਿਆਤਮ ਵਾਸਤੇ। ਔਰ ਫਿਰ ਜਪਜੀ ਸਾਹਿਬ ਵੀ ਇਸ ਤਰ੍ਹਾਂ ਪੜ੍ਹਦਾ ਹਾਂ ਜਿਵੇਂ ਕੋਈ ਟ੍ਰੇਨ ਦੇ ਵਿੱਚ ਜਰਨੀ ਕਰਦਾ ਹੋਏ, ਜਿਵੇਂ ਕਰਨੀ ਹੀ ਹੈ, ਇੱਕ ਬਰਡਨ ਦੀ ਤਰ੍ਹਾਂ, ਇੱਕ ਪ੍ਰੇਮ ਦੀ ਤਰ੍ਹਾਂ ਨਹੀਂ ਹੈ। ਗੁਰੂ ਨੂੰ ਮਿਲਣ ਦੀ ਕੋਈ ਸੈਲੀਬ੍ਰੇਸ਼ਨ ਦੀ ਕੋਈ ਗੱਲ ਨਹੀਂ ਬਣਦੀ ਪਈ, ਕਿਉਂਕਿ ਇੰਨੀ ਜ਼ਿਆਦਾ ਪ੍ਰੈਸ਼ਰਸ ਹਨ। ਮਨ ਆਲਰੇਡੀ ਅੱਗੇ ਚੱਲ ਪਿਆ ਹੈ। ਅਗਰ ਮੈਂ ਕੰਮ ਤੇ ਜਾਣਾ ਹੈ ਸਵੇਰੇ ਤਾਂ ਗੱਡੀ ਉਡੀਕਦੀ ਹੈ ਤਾਂ ਮੈਂ ਪਹਿਲੇ ਹੀ ਪਹੁੰਚ ਹੀ ਗਿਆ ਹਾਂ ਕੰਮ ਤੇ। ਹੁਣ ਉਸ ਮਨ ਦੀ ਅਵਸਥਾ ਵਿੱਚ ਜਪਜੀ ਪੜ੍ਹਨੀ ਇੱਕ ਤਰ੍ਹਾਂ ਦਾ ਇੱਕ ਕਹਿ ਲਈਏ ਫਾਰਮੈਲਿਟੀ ਹੈ। ਮਨ ਕਿਧਰੇ ਹੋਰ ਹੈ। ਗੁਰੂ ਦੇ ਪ੍ਰੇਮ ਦੀ ਕੋਈ ਗੱਲ ਨਹੀਂ ਉੱਠ ਰਹੀ ਹੈ। ਦਰਅਸਲ ਆ ਜੀਵਨ ਵਿੱਚ ਅਗਰ ਇੱਕ ਘੜੀ ਮੈਂ ਸਭ ਕੁਝ ਤਿਆਗ ਕੇ ਸ਼ਬਦ ਨਾਲ ਜੋੜ ਦਿਆਂ, ਇੱਕ ਘੜੀ
ਉੱਥੇ ਹੀ ਮਿਲ ਜਾਏਗਾ। ਪਰ ਇਹ ਸਮਝੀਏ ਕਿ ਮੈਂ ਇਤਨੀ ਐਸਿਮੀਲੇਸ਼ਨ ਕਰ ਹੀ ਨਹੀਂ ਪਾ ਰਿਹਾ ਕਿ ਇੱਕ ਘੜੀ ਵੀ ਪੂਰੀ ਤਰ੍ਹਾਂ ਆਪਣੇ ਮਨ ਨੂੰ ਸ਼ਬਦ ਨਾਲ ਕਮਿਟ ਕਰ ਦਿਆਂ। even 1 minute, even 1 second. Because this has relation not with time, but with my state of mind. ਮੇਰੇ ਮਨ ਵਿੱਚ ਗਿਆਨ ਨਹੀਂ ਉਤਰ ਰਿਹਾ, ਇਕਾਗਰ ਮਨ ਨਹੀਂ ਹੋ ਪਾ ਰਿਹਾ। ਇਕਾਗਰ ਮਨ ਉਹ ਧਿਆਨ ਹੈ ਜਿਹਦੀ ਸੇਜ ਵਿੱਚ ਸੱਚ ਨੂੰ ਜੁੜਨਾ ਹੈ, ਔਰ ਬਿਨਾਂ ਧਿਆਨ ਦੇ ਸ਼ਬਦ ਨਾਲ ਜੁੜਨ ਨਾਲ ਸ਼ਬਦ ਦੀ ਜੋ ਅਸਲ ਬਰਖਾ ਹੋਣੀ ਹੈ ਉਹ ਨਹੀਂ ਹੋ ਪਾਉਂਦੀ। ਗੁਰੂ ਬਾਰ-ਬਾਰ ਸਮਝਾਉਂਦੇ ਹਨ, ਸਾਚ ਤੇਰੇ ਚੱਲੇ ਨਾਹੀਂ। ਇਹ ਮੇਰੇ ਨਾਲ ਕੀ ਹੈ ਮਹਾਰਾਜ, ਜੋ ਜਾਏਗਾ ਕੁਟੁੰਬ ਤਾਂ ਨਹੀਂ ਜਾਏਗਾ, ਪਰ ਸਾਚ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਏ। ਸਾਰੀ ਚਿੱਤ ਦੀ ਐਨਰਜੀ ਜੋ ਸੱਤ ਨਾਲ ਰਿਲੇਸ਼ਨ ਰੱਖ ਸਕਦੀ ਹੈ, ਉਹ ਸੱਤ ਤੋਂ ਤੋੜ ਕੇ ਜਾਂ ਸੱਤ ਤੋਂ ਬੇਮੁਖ ਕਰਕੇ ਮੈਂ ਉਸ ਗੁਰਮੁਖ ਅਵਸਥਾ ਨੂੰ ਤਿਆਗ ਦਿੰਦਾ ਹਾਂ ਔਰ ਮਨ ਦੇ ਵਿੱਚ ਹੀ ਲਗਾ ਦਿੰਦਾ ਹਾਂ, ਚੇਂਜਿੰਗ ਮਾਈਂਡ ਵਿੱਚ ਲਗਾ ਦਿੰਦਾ ਹਾਂ। ਮੇਰੇ ਸਾਰੇ ਬੀਜ ਚੇਂਜਿੰਗ ਮਾਈਂਡ ਦੇ ਨਾਲ ਰਿਲੇਸ਼ਨ ਰੱਖਦੇ ਹਨ। ਤ੍ਰੈਗੁਣ ਤੇ ਅਤੀਤ ਉਸ ਅਵਸਥਾ ਨੂੰ ਮੈਂ ਜਾਣਦਾ ਨਹੀਂ ਹਾਂ। ਆਤਮ ਕੋ ਉਪਦੇਸ਼ ਉਸ ਨੂੰ ਜਾਣਦਾ ਨਹੀਂ ਹਾਂ। ਮੇਰੇ ਉਪਦੇਸ਼ ਬਾਹਰ ਮੁਖੀ ਹਨ ਔਰ ਮੈਂ ਆਪ ਨਾਲ ਉਪਦੇਸ਼ ਨਹੀਂ ਕਰਦਾ ਹਾਂ ਮਹਾਰਾਜ। ਮੈਂ ਤੇ ਗੁਰੂ ਨਾਲ ਇੱਕ ਪ੍ਰੇਮ ਅੰਤਰਾਤਮਾ ਵਿੱਚ ਜਗਾਉਣਾ ਚਾਹੁੰਦਾ ਹਾਂ। ਇਹਨਾਂ ਬਾਣੀਆਂ ਦੀ ਵਿਚਾਰਾਂ ਨਾਲ ਗੁਰੂ ਦੇ ਦਰਸ਼ਨ ਹੁੰਦੇ ਹਨ। ਮੈਨੂੰ ਆਪ ਦੇ ਆਉਣ ਨਾਲ ਮੈਨੂੰ ਗੁਰੂ ਮਿਲਦਾ ਹੈ। ਇਹ ਮੇਰਾ ਐਕਸਪੀਰੀਅੰਸ ਹੈ। ਜਿਸ ਨੂੰ ਦੁਨੀਆ ਮੈਡੀਟੇਸ਼ਨ ਕਹਿੰਦੀ ਹੈ, ਉਹ ਦਰਅਸਲ ਹੈ ਕਿ ਥਾਟਸ ਤੋਂ ਪਰੇ ਧਿਆਨ ਇਕਾਗਰ ਹੋ ਜਾਂਦਾ ਹੈ। ਉਹ ਮਨ ਹੈ ਅਵਸਥਾ ਜਿੱਥੇ ਅਸੀਂ ਜਾਣਾ ਹੈ। ਇੱਕ ਬੜੀ ਬੇਸਿਕ ਮੈਡੀਟੇਸ਼ਨ ਹੈ, ਵਾਚ ਯੋਰ ਥਾਟਸ, ਔਰ ਉਹਨੂੰ ਦੇਖਦੇ ਜਾਓਗੇ ਤਾਂ ਗਿਰਦੀ ਜਾਵੇਗੀ ਥਾਟ। ਜਾਂ ਫਿਰ ਸ਼ਬਦ ਦੇ ਵਿੱਚ ਪੂਰਾ ਧਿਆਨ ਲਗਾ ਦਿਓ ਤਾਂ ਉੱਥੇ ਵੀ ਥਾਟ ਗਿਰ ਜਾਏਗੀ। ਪਰ ਅਸੀਂ ਇਹ ਦੋਨੋਂ ਚੀਜ਼ਾਂ ਵਿੱਚ ਜ਼ਿਆਦਾ ਸਮਾਂ ਨਹੀਂ ਦੇ ਪਾਉਂਦੇ। ਇੱਕ ਹੋਰ ਵੀ ਵਿਧੀ ਹੈ ਜਿਹਦਾ ਮੈਨੂੰ ਐਕਸਪੀਰੀਅੰਸ ਹੋਇਆ ਕਿ ਕਿਸੇ ਪੂਰਨ ਪੁਰਸ਼ ਨਾਲ ਸੇਵਾ ਵਿੱਚ ਰਹਿ ਜਾਓ ਤਾਂ ਮਨ ਇਕਾਗਰ ਹੋ ਜਾਏਗਾ, ਕਿਉਂਕਿ ਉਹ ਇਕਾਗਰ ਹੈ। ਉਹਦੇ ਨਾਲ ਅਸੀਂ ਜਦੋਂ ਬੈਠਦੇ ਹਾਂ ਤਾਂ ਅਸੀਂ ਵੀ ਇਕਾਗਰ ਹੋ ਜਾਂਦੇ ਹਾਂ। ਇੱਕ ਦਿਨ ਅਸੀਂ ਇੱਕ ਸੰਤ ਨੂੰ ਮਿਲਣ ਗਏ। ਵੈਸੇ ਤਾਂ ਜਾਂਦੇ ਨਹੀਂ ਸੀ, ਪਰ ਪਰਿਵਾਰ ਵਿੱਚ ਕਈ ਤਰ੍ਹਾਂ ਦੀ ਪੋਲਿਟਿਕਸ ਚੱਲਦੀ ਹੈ ਤਾਂ ਸੰਤਾਂ ਨੂੰ ਪ੍ਰੇਰਿਆ ਗਿਆ ਕਿ ਜਾ ਕੇ ਮਿਲੀਏ। ਤਾਂ ਅਸੀਂ ਗਏ। ਉਹ ਪੁਰਸ਼ ਦੇ ਅੱਗੇ ਜਦੋਂ ਮੈਂ ਖੜਾ ਹੋਇਆ ਤਾਂ ਧਿਆਨ ਇੱਕਦਮ ਲੱਗ ਗਿਆ ਉਹਨਾਂ ਦੇ ਬੋਲਣ ਤੇ ਹੀ। ਉਹਦਾ ਧਿਆਨ ਪੂਰਾ ਸੀ। ਫਿਰ ਵਾਪਸੀ ਵਿੱਚ ਵਿਚਾਰ ਚੱਲੀ ਕਿ ਜੀ ਇਹਦਾ ਧਿਆਨ ਤੇ ਬਹੁਤ ਪੱਕਾ ਹੈ। ਤਾਂ ਉਹਨਾਂ ਨੇ ਇੱਕ ਗੱਲ ਸਮਝਾਈ ਕਿ ਇਹਦਾ ਧਿਆਨ ਤੇ ਪੱਕਾ ਹੈ, ਪਰ ਇਹ ਕੁਝ ਖਾਂਦਾ ਹੈ ਤਾਂ ਧਿਆਨ ਲੱਗਦਾ ਹੈ। ਉਹ ਕਾਹਦਾ ਧਿਆਨ ਹੋਇਆ? ਫਿਰ ਸ਼ਬਦ ਦਾ ਸਟਿਮੂਲੈਂਟ ਹੈ ਸਿੱਖ ਨੂੰ। ਕੁਝ ਖਾ ਕੇ ਧਿਆਨ ਲੱਗਣ ਦਾ ਸਟਿਮੂਲੈਂਟ ਨਹੀਂ ਹੈ। ਇਹ ਤੇ ਚੱਲਦੇ ਰਸਤੇ ਜੋ ਬਜ਼ੁਰਗਾਂ ਨੇ ਪਿਆਰ ਨਾਲ ਸਮਝਾਇਆ, ਗਿਆਨ ਦਿੱਤਾ, ਬਹੁਤ ਹੀ ਪਿਆਰ ਦਿੱਤਾ ਉਹਨਾਂ ਨੇ, ਜਿਵੇਂ ਕੋਈ ਪੁਰਾਣੇ ਦੋ ਮਿਲੇ ਹੋਣ। ਕੀ ਪਤਾ ਲੱਗਦਾ ਹੈ, ਮੈਨੂੰ ਗਿਆਨ ਨਹੀਂ ਹੈ। ਗੁਰੂ ਕਹਿੰਦਾ ਹੈ, ਸਾਚ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਏ। ਮੇਰਾ ਚਿੱਤ, ਮੇਰੀ ਪੂਰੀ ਐਨਰਜੀ ਮਨ ਦੀ ਕਮਿਟ ਹੋਈ ਪਈ ਹੈ ਬਾਹਰਲੇ ਜੀਵਨ ਨੂੰ। ਗੁਰੂ ਕਹਿੰਦਾ ਹੈ ਇਹਨੂੰ ਛੱਡਣ ਦੀ ਲੋੜ ਨਹੀਂ ਹੈ, ਪਰ ਇਸ ਚਿੱਤ ਦੀ ਕਮਿਟਮੈਂਟ ਦੀ ਲੋੜ ਹੈ। ਅੰਤਰ ਮਨ ਦੀ ਐਨਰਜੀ ਦੀ ਕਮਿਟਮੈਂਟ ਹੋਰ ਕਿਧਰੇ ਚਾਹੀਦੀ ਹੈ। ਬਾਹਰ ਮੁਖੀ ਜੀਵਨ ਜੀਂਦੇ ਹੋਏ ਐਸਾ ਕੰਮ ਮੂਲੇ ਨਾ ਕੀਚੇ, ਜਿਤ ਅੰਤ ਪਛੋਤਾਈਏ। ਕਈ ਇਮਤਿਹਾਨ ਇਹੋ ਜਿਹੇ ਹੁੰਦੇ ਹਨ ਜਿਹਦੇ 'ਚ ਸਾਨੂੰ ਦਿਖਦਾ ਨਹੀਂ ਕਿ ਇਹਦਾ ਰਿਜ਼ਲਟ ਕੀ ਹੈ। ਜੀਵਨ ਵੀ ਉਹ ਜਿਹਾ ਹੀ ਇੱਕ ਇਮਤਿਹਾਨ ਹੈ। ਸਾਨੂੰ ਪਤਾ ਹੀ ਨਹੀਂ ਹੈ ਕਿ ਇਹਦਾ ਰਿਜ਼ਲਟ ਕੀ ਹੈ, ਕਿਉਂਕਿ ਜਿਹੜਾ ਗਿਆ ਉਹ ਮੁੜ ਕੇ ਨਹੀਂ ਆਇਆ ਸਾਨੂੰ ਦੱਸਣ ਲਈ। ਹਾਂ, ਗੁਰੂ ਨੇ ਦੱਸਿਆ ਹੈ, ਪਰ ਅਸੀਂ ਗੁਰੂ ਦੀ ਗੱਲ ਨੂੰ ਬਹੁਤ ਦੂਰ ਸਮਝਦੇ ਹਾਂ।
ਆਪਣੇ ਨਾਲ ਨਹੀਂ ਸਮਝਦੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਇਸ ਗੱਲ ਨੂੰ ਮੈਂ ਜਾਣਦਾ ਨਹੀਂ ਹਾਂ, ਮੈਂ ਗੁਰੂ ਨੂੰ ਦੂਰ ਜਾਣਦਾ ਹਾਂ। ਔਰ ਮੈਂ ਆਪਣੇ ਆਪ ਨੂੰ ਇਹ ਦੱਸਦਾ ਰਹਿੰਦਾ ਹਾਂ ਕਿ ਮੈਂ ਇਸ ਅਵਸਥਾ ਦਾ ਮਾਲਕ ਨਹੀਂ ਹੋ ਸਕਦਾ। ਦਿਸ ਇਜ਼ ਮਾਈ ਅਦਰ ਟ੍ਰੈਜਡੀ। ਇਹ ਤੇ ਸੰਤਾਂ ਦੀ ਗੱਲ ਹੈ ਜੀ। ਗੁਰਮੁਖ ਜੀਵਨ, ਸਿੱਖੀ ਜੀਵਨ, ਸੱਚ ਦੀ ਪਾਲ, ਤੱਤ ਹੈ ਜੀਵਨ ਦਾ। ਸਾਡੇ ਸਭ ਦਾ ਰਾਈਟ ਵੀ ਹੈ ਔਰ ਡਿਊਟੀ ਵੀ ਹੈ। ਐਸੇ ਤੋਂ ਧਰਮ ਬਣਦਾ ਹੈ। ਨਹੀਂ ਤਾਂ ਗੁਰੂ ਕਹਿੰਦਾ ਹੈ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਇਹ ਕਾਹਦੇ ਵਾਸਤੇ ਨਿਸ਼ਾਨੀਆਂ ਧਰਮ ਦੀ ਬਣਾ ਕੇ ਅਸੀਂ ਫਿਰਦੇ ਹਾਂ ਅਗਰ ਅਸੀਂ ਨਾਮ ਨਾਲ ਨਹੀਂ ਜੁੜਦੇ ਹਾਂ। ਗੁਰੂ ਨਾਨਕ ਸਾਹਿਬ ਪ੍ਰਵਾਨ ਨਹੀਂ ਕਰਨਗੇ। ਇਸ ਸਿੱਖੀ ਨੂੰ ਵੀ ਨਹੀਂ ਸਿੱਖੀ ਜਾਣਨਗੇ ਜਿਹਦੇ ਵਿੱਚ ਨਾਮ ਦੀ ਹਜ਼ੂਰੀ ਨਹੀਂ ਹੈ। ਦੇਖਣਾ ਜੀਵਨ ਨੂੰ ਮਹਾਰਾਜ ਦੇ ਇਹੀ ਹੋ ਰਿਹਾ ਹੈ। ਗੁਰੂ ਤਾਂ ਉਸ ਨੂੰ ਲੱਭਣ ਨਿਕਲਿਆ ਹੈ ਜੋ ਸੱਚ ਨੂੰ ਲੱਭਦਾ ਹੈ। ਔਰ ਅਗਰ ਅਸੀਂ ਸੱਚ ਵੱਲ ਮੁੱਖ ਕਰਕੇ ਜੀਵਨ ਜੀਵਾਂਗੇ ਤਾਂ ਗੁਰੂ ਨਾਲ ਮਿਲਾਂਗੇ। ਜਿਸ ਤਰ੍ਹਾਂ ਗੁਰੂ ਅਮਰਦਾਸ ਸਾਨੂੰ ਇੱਥੇ ਇਸ ਪੌੜੀ ਵਿੱਚ ਪ੍ਰੇਰ ਰਹੇ ਹਨ, ਤੂੰ ਸਦਾ ਸੱਚ ਸੰਭਾਲੇ, ਸਦਾ ਸੱਚ ਨੂੰ ਸੰਭਾਲ। ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਪਰਿਵਾਰ ਨੂੰ ਛੱਡ ਦਈਏ, ਕਮਿਟਮੈਂਟਸ ਨੂੰ ਛੱਡ ਦਈਏ। ਹਾਂ, ਉਹਨਾਂ ਨੂੰ ਬੈਲੈਂਸ ਕਰ ਲਈਏ, ਕਿਉਂਕਿ ਓਵਰ ਕਮਿਟਮੈਂਟ, ਓਵਰ ਐਨਰਜੀ ਕਮਿਟਮੈਂਟ ਟੂ ਆਊਟਸਾਈਡ ਵਰਲਡ dissuades us and disconnects us from our inner experience, which is more real than the outside experience. ਇਹੀ ਭੁਲੇਖਾ ਹੈ ਸਾਡਾ ਕਿ ਇਹ ਬਾਹਰਲਾ ਜੀਵਨ ਹੀ ਸਾਰਾ ਜੀਵਨ ਹੈ। ਔਰ ਗੁਰੂ ਇਹਦੇ ਬਾਰੇ ਸਾਨੂੰ ਉਲਟ ਦੱਸ ਰਹੇ ਹਨ। ਗੁਰੂ ਕਹਿ ਰਿਹਾ, ਚੱਲੇ ਨਾ ਹੀ ਤੇਰੇ ਨਾਲੇ। The inner world is more real than the outer experience. The physical experience is half the experience. The spiritual life is the complete life. Matter is created from the spirit and not vice versa. So matter is subservient to the spirit. आत्मा तो ही जीवन बनता है और शरीर तो आत्मा नहीं बनती है। शरीर आत्मा की सेवा ली है, आत्म ज्ञान ली है, हुक्म रजाई नूं जीण लई है महाराज। बाकी दा कर्मां दी गल है। ऐसा महाराज कहते हैं ਕੰਮ ਤਾਂ ਅਸੀਂ ਸਾਰੇ ਕਰਦੇ ਹਾਂ ਔਰ ਕਰਾਂਗੇ ਹੀ। ਜੀਵਨ ਵਿੱਚ ਕਰਨਾ ਹੀ ਬਣਦਾ ਹੈ। ਕੁਝ ਨਹੀਂ ਵੀ ਕਰਾਂਗੇ ਤਾਂ ਵੀ ਕੁਝ ਕਰਨਾ ਹੈ। ਲਾਂਗਰੀ ਬਣਾਂਗੇ ਤੇ ਲੰਗਰ ਵਿੱਚ ਸੇਵਾ ਕਰਨੀ ਹੈ। ਕੁਝ ਨਹੀਂ ਵੀ ਕਰਾਂਗੇ ਤਾਂ ਵੀ ਖਾਣਾ ਬਣਾਵਾਂਗੇ, ਕੱਪੜੇ ਧੋਵਾਂਗੇ, ਕੁਝ ਕਰਾਂਗੇ। ਕੰਮ ਤਾਂ ਕਰਨਾ ਹੈ, ਜੀਵਨ ਵਿੱਚ ਕੰਮ ਹੈ। ਗੁਰੂ ਕਹਿੰਦਾ ਹੈ ਐਸਾ ਕੰਮ ਮੂਲ ਵਿੱਚ, in the root of the mind, do only that which is real and which is not confusion in Maya. The root is not based in reality. ऐसा कम मूले न कीचे जित अंत पछताइए। मेरी आत्मक अवस्था मेरा फ्यूचर डिफाइन करती है। आत्म ज्ञान, इस तरह गुरु गोबिंद सिंह साहब ने कहा है, आत्म रस जे जानिए जो जानिए सो है खालस देव। खालसा कौन है? जो आत्म का रस जानता है। हुक्म रजाई विच है महाराज। देखो कितनी छोटी जी गल है पर कितना डूंगा इहदा इंपैक्ट है मेरे जीवन दे विच। आ जीवन मैं भुलेखे विच जीना हाँ, उसनूं गुरु ने माया कहा है। फिर साहिब ने यह भी समझाया है, सुपने जो संसार, यह सुपना है संसार। जिस दिन अख खुलेगी कुछ भी नहीं रहेगा तो की रियल है महाराज? वॉट इज़ मोर रियल? गुरु सानू यह कहता है कि जीवन उस तरह का जी कि बई अंत विच ना पछताएं। अंत की होया? जदों शरीर का अंत है तो स्पिरिचुअल रेवलेशन सामने आती है कि मेरा जीवन है की।
ਉਦੋਂ ਪਛਤਾਵਾ ਹੋਏਗਾ। ਕਿਤਨਾ ਲੰਬਾ ਜੀਵਨ ਹੈ ਜਾਂ ਛੋਟਾ ਹੈ ਉਹਦੇ ਨਾਲ ਇਹ ਰਿਲੇਸ਼ਨ ਨਹੀਂ ਰੱਖਦਾ ਹੈ। ਕੁਆਲਿਟੇਟਿਵ ਲਾਈਫ ਕਿਸ ਤਰ੍ਹਾਂ ਦੀ ਹੈ। 120 ਸਾਲ ਰਿਹਾ, ਭਟਕਦਾ ਹੀ ਰਿਹਾ, ਤਾਂ 120 ਸਾਲ ਦਾ ਦੁੱਖ ਇਕੱਠਾ ਕਰ ਲਿਆ। ਲਾਈਫ ਤਾਂ ਗੁਰੂਆਂ ਨੇ ਕੁਛ ਹੀ ਸਮੇਂ ਜੀ ਹੈ, ਪਰ ਉਹਦਾ ਇੰਪੈਕਟ ਸਦਾ ਲਈ ਆਤਮਾ ਦੇ ਵਿੱਚ ਵਿਰਾਜਮਾਨ ਹੈ। ਉਹ ਐਵਰਲਾਸਟਿੰਗ ਐਕਸਪੀਰੀਅੰਸ ਨਹੀਂ ਹੈ। 120 ਸਾਲ ਕੋਈ ਜੀਆ, ਉਹ ਐਵਰਲਾਸਟਿੰਗ ਨਹੀਂ ਹੈ। ਗੁਰੂ ਦਾ ਜੀਵਨ ਐਵਰਲਾਸਟਿੰਗ ਹੈ। ਅਸੀਂ ਉਸ ਨੂੰ ਵੈਲਿਊ ਦਿੰਦੇ ਹਾਂ। 120 ਸਾਲ ਦੇ ਬਜ਼ੁਰਗ, 120 ਸਾਲ ਦਾ ਨਰਕ ਲੱਗਦਾ ਹੈ ਮੈਨੂੰ ਤਾਂ। ਜਿਹੜਾ ਨਾਮ ਤੋਂ ਟੁੱਟ ਕੇ ਜੀਆ, ਕਾਹਦਾ ਜੀਆ। ਮਹਾਰਾਜ ਕਹਿੰਦੇ ਹਨ, ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ। ਹੁਣ ਮੇਰੇ ਨਾਲ ਕੀ ਹੈ ਉਹ ਡਿਫਾਈਨ ਹੁੰਦਾ ਹੈ। ਅਗਰ ਮੈਂ ਸ਼ਬਦ ਨੂੰ ਉਪਦੇਸ਼ ਜਾਣਾ ਮਹਾਰਾਜ ਦਾ, ਗੁਰੂ ਸ਼ਬਦ, ਗੁਰੂ ਉਪਦੇਸ਼ ਜੋ ਟ੍ਰਾਂਸੈਂਡ ਕਰ ਰਿਹਾ ਹੈ, ਮੇਰੇ ਮਨ ਦੇ ਵਿੱਚ ਆ ਰਿਹਾ ਹੈ, ਜੋ ਬਾਣੀ ਵਿੱਚ ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਹਾਜ਼ਰ ਹੈ, ਜੋ ਸਦਾ ਹਾਜ਼ਰ ਹੈ, ਹਰ ਜਗ੍ਹਾ ਹਾਜ਼ਰ ਹੈ, ਉਹ ਗੁਰੂ ਦੇ ਰੂਪ ਵਿੱਚ ਮੇਰੇ ਨਾਲ ਸਦਾ ਲਈ ਰਹੇਗਾ। ਮਹਾਰਾਜ ਕਹਿੰਦੇ ਹਨ ਕਿ ਉਸ ਨੂੰ ਸੁਣਨਾ ਹੈ। ਸੁਣਨ ਤੋਂ ਮੈਂ ਡਿਫਾਈਨ ਹੁੰਦਾ ਹਾਂ। ਕਿਸ ਤਰ੍ਹਾਂ ਮੈਂ ਸੁਣਦਾ ਹਾਂ, ਕੀ ਮੈਂ ਸੁਣਦਾ ਹਾਂ, ਕਿਸ ਤਰ੍ਹਾਂ ਮੈਂ ਉਸ ਸੁਣਨ ਨੂੰ ਪ੍ਰੋਸੈਸ ਕਰਦਾ ਹਾਂ, ਮੈਂ ਅਸਿਮੀਲੇਟ ਕੀ ਕਰ ਰਿਹਾ ਹਾਂ ਜੀਵਨ ਤੋਂ। ਸੁਣਨ ਤੋਂ ਭਾਵ ਮੈਨੂੰ ਲੱਗਦਾ ਹੈ ਇਹ ਹੈ, what do I absorb from my experiences of life that will guide what I do in life। ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ। ਉਹ ਨਾਲ ਰਹਿੰਦਾ ਹੈ ਮੇਰੇ। ਗੁਰੂ ਔਰ ਸਿੱਖ ਦਾ ਰਿਲੇਸ਼ਨਸ਼ਿਪ ਨਾਲ ਰਹੇਗਾ, ਮਾਤਾ ਪਿਤਾ ਦਾ ਨਹੀਂ ਰਹੇਗਾ। ਤਾਂ ਹੀ ਰਹੇਗਾ ਕੀਤੀ ਛੁੱਟੀ ਨਾਲ ਵਾਲੀ ਗੱਲ ਅਗਰ ਹੋਏਗੀ ਤਾਂ। ਅਗਰ ਮੈਂ ਨਾਮ ਦੀ ਕਮਾਈ ਵਿੱਚ ਅਧਿਆਤਮਿਕ ਜੀਵਨ ਨੂੰ ਜਾਣ ਲਿਆ, ਫਿਰ ਮੈਂ ਸਭ ਨਾਲ ਜੁੜਦਾ ਰਹਾਂਗਾ, ਸਦਾ ਹੀ ਜੁੜਿਆ ਹੋਵਾਂਗਾ, ਫਿਰ ਟੁੱਟ ਨਹੀਂ ਸਕਦਾ ਕਿਸੇ ਨਾਲ ਵੀ। ਕਹੇ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਗੁਰੂ ਇੱਕ ਜੀਵਨ ਬਾਰੇ ਸਾਨੂੰ ਦੱਸਦੇ ਹਨ ਜਿਹੜਾ ਸਦਾ ਹੈ। ਅਸੀਂ ਟ੍ਰਾਂਜ਼ੀਐਂਟ ਜੀਵਨ ਨੂੰ ਸਦਾ ਸਮਝ ਕੇ ਜੀ ਰਹੇ ਹਾਂ। ਇੱਥੇ ਮੇਰੇ ਜੀਵਨ ਦਾ ਕੌਨਫਲਿਕਟ ਹੈ, ਇੱਥੇ ਮੇਰੇ ਜੀਵਨ ਦਾ ਡਰ ਹੈ, ਇੱਥੇ ਮੈਂ ਹਾਰਦਾ ਹਾਂ, ਕਿਉਂਕਿ ਮੈਂ ਇਹ ਸਮਝ ਲਿਆ ਹੈ ਕਿ ਇਹ ਜਿਹੜਾ ਫਿਜ਼ੀਕਲ ਵਰਲਡ ਹੈ ਇਹ ਕੰਪਲੀਟ ਹੈ ਆਪਣੇ ਆਪ ਵਿੱਚ, ਜਦ ਕਿ ਨਹੀਂ ਹੈ। ਇਹ ਤੇ ਕਰਮਾਂ ਦਾ ਐਕਸਪੀਰੀਅੰਸ ਹੈ। ਔਰ ਕਰਮ ਕਦੋਂ ਖਤਮ ਹੋਣਗੇ? ਲੇਖਾ ਕਤਹੂ ਨਾ ਛੁੱਟੀਏ, ਕਦੇ ਵੀ ਖਤਮ ਨਹੀਂ ਹੋਣਗੇ। ਹਮ ਖਿਨ ਖਿਨ ਭੁੱਲਣਹਾਰ। ਅਸੀਂ ਸਾਰੇ ਮਨ ਦੀ ਉਸ ਅਵਸਥਾ ਨੂੰ ਜਾਣਦੇ ਹਾਂ ਜਿੱਥੇ ਹਮੇਸ਼ਾ ਹੀ ਭੁੱਲਦੇ ਰਵਾਂਗੇ। ਬਖਸ਼ਣਹਾਰਾ ਬਖਸ਼ਦੇ ਨਾਨਕ ਭਾਰ ਉਤਾਰ। ਜਦ ਤੱਕ ਬਖਸ਼ਿਸ਼ ਦਾ ਦਰ ਨਹੀਂ ਮਿਲੇਗਾ ਤਦ ਤੱਕ ਅਸੀਂ ਪਾਰ ਜਾ ਕੇ ਰੈਸਟ ਨਹੀਂ ਪਾ ਪਾਵਾਂਗੇ। ਕਰਮ ਦੇ ਵਿੱਚ ਦੀ ਥਿਉਰੀ ਵਿੱਚ ਕੋਈ ਰੈਸਟ ਨਹੀਂ ਹੈ। ਕਿਆ ਭਵੀਏ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸਾਨੂੰ। ਇਹ ਭ੍ਰਮਣ ਕਰਨ ਨਾਲ, ਇੰਨਾ ਫਿਰਨ ਨੂੰ ਮਾਰ ਇੱਧਰ ਬਾਹਰ ਜਾਣ ਨਾਲ ਸੱਚਾ ਔਰ ਸੁੱਚੇ ਨੂੰ ਨਹੀਂ ਜਾਣ ਪਾਉਂਦੇ। ਸੱਚੇ ਸ਼ਬਦ ਨੂੰ ਜਾਣ ਵਾਸਤੇ ਜਾਣਨ ਨਾਲ ਹੀ ਸਾਨੂੰ ਨਿਰੰਕਾਰ ਨਾਲ ਜੁੜਨਾ ਹੋ ਸਕਦਾ ਹੈ। ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਗੱਲ ਇੱਥੇ ਹੈ ਮਹਾਰਾਜ ਕਿ ਅਸੀਂ ਗੁਰੂ ਨੂੰ ਜਾਣਦੇ ਨਹੀਂ ਹਾਂ ਕਿ ਗੁਰੂ ਕਿਤਨੀ ਉੱਚੀ ਅਵਸਥਾ ਦਾ ਮਾਲਕ ਹੈ। ਅਸੀਂ ਇਮੈਜਿਨ ਕਰ ਸਕਦੇ ਹਾਂ, ਕਹਿ ਦਿੰਦੇ ਹਾਂ, ਸ਼ਬਦ ਵਰਤ ਲੈਂਦੇ ਹਾਂ, ਪਰ ਅਗਰ ਨਿਰੰਕਾਰ ਇਸ ਸ੍ਰਿਸ਼ਟੀ ਦਾ ਮਾਲਕ ਹੈ ਤੇ ਗੁਰੂ ਉਹਦੇ ਨਾਲ ਬੈਠਾ ਹੈ। ਔਰ ਗੁਰੂ ਪ੍ਰੇਮ ਦੇਣ ਨੂੰ, ਵੰਡਣ ਨੂੰ ਫਿਰਦਾ ਹੈ। ਗੁਰਮੁਖ ਖੋਜਤ ਪਏ ਉਦਾਸੀ। ਗੁਰੂ ਸੈਕਰੀਫਾਈਸ ਕਰਦਾ ਹੈ ਸੱਚ ਨੂੰ ਜਾਣਨ ਵਾਸਤੇ। ਗੁਰਮੁਖ ਖੋਜਤ ਪਏ ਉਦਾਸੀ। ਗੁਰੂ ਉਦਾਸੀ ਵਿੱਚ ਨਿਕਲ ਗਿਆ, ਸੈਕਰੀਫਾਈਸ ਕਰ ਰਿਹਾ ਹੈ। ਕਾਹਦੇ ਵਾਸਤੇ? ਜਿਹੜਾ ਗੁਰਮੁਖ ਸੱਚ ਨੂੰ ਲੱਭਦਾ ਹੈ ਉਸ ਨੂੰ ਮਿਲਣ ਵਾਸਤੇ। ਔਰ ਆਪ ਦੇ ਵਿੱਚ ਮੈਨੂੰ ਮਿਲਦਾ ਹੈ। ਇਸ ਸੰਗਤ ਵਿੱਚ ਮਿਲਦਾ ਹੈ। ਇੱਕ ਐਕਸਪੀਰੀਅੰਸ ਮੈਨੂੰ ਜੋ ਜੀਵਨ ਦਾ ਹੋਇਆ,
ਨਾ ਤਾਂ ਰਾਤ ਜ਼ਿਆਦਾ ਸੋਇਆ ਜਾਂਦਾ ਸੀ, ਕਿਉਂਕਿ ਇੰਨਾ ਧਿਆਨ ਸੀ, ਅਭਿਆਸ ਸੀ। ਬਜ਼ੁਰਗਾਂ ਦਾ ਧਿਆਨ ਔਰ ਅਭਿਆਸ ਇੰਨਾ ਸੀ, ਸੌਣ ਨਹੀਂ ਸੀ ਦਿੰਦੇ, ਬਹੁਤ ਥੋੜਾ। ਇੱਕ ਹਜ਼ੂਰੀ ਜਦੋਂ ਜੀਵਨ ਵਿੱਚ ਉਤਰਦੀ ਹੈ ਤਾਂ ਮੈਨੂੰ ਲੱਗਦਾ ਹੈ ਜੀਵਨ ਰਾਤ ਦਿਨ ਤੋਂ ਪਰੇ ਦੇ ਇੱਕ ਜੀਵਨ ਵਿੱਚ ਜੀਣਾ ਸ਼ੁਰੂ ਕਰ ਦਿੰਦਾ ਹੈ, ਜਿੱਥੇ ਨਾਈਟ ਐਂਡ ਡੇ ਮੈਟਰ ਨਹੀਂ ਕਰਦਾ ਹੈ। ਜਿਵੇਂ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਸਮਝਾਉਂਦੇ ਵੀ ਹਨ, 8 ਪਹਿਰ ਕਹਿੰਦੇ ਹਨ। ਇਟਸ ਇਰਰੈਲੇਵੈਂਟ ਵੈਦਰ ਨਾਈਟ ਔਰ ਡੇ। ਗੁਰੂ ਸਮਝਾਉਂਦੇ ਹਨ, ਸਤਿਗੁਰ ਕਾ ਉਪਦੇਸ਼ ਸੁਣ ਤੋਂ। ਅਸੀਂ ਮਨ ਨੂੰ ਡਿਫਾਈਨ ਕਰਨਾ ਹੈ ਸ਼ਬਦ ਤੋਂ, ਸ਼ਬਦ ਦੀ ਸੁਣਨ ਤੋਂ। ਗਾਵੀਏ ਸੁਣੀਏ, ਇਸ ਸ਼ਬਦ ਨੂੰ ਸੁਣ ਕੇ ਅਬਜ਼ੌਰਬ ਕਰਨਾ ਹੈ ਔਰ ਫਿਰ ਇਹਨੂੰ ਅਸਿਮੀਲੇਟ ਕਰਨਾ ਹੈ। ਹੋਵੇ ਤੇਰੇ ਨਾਲੇ, ਉਹ ਸ਼ਬਦ ਮੇਰੇ ਨਾਲ ਸਦਾ ਰਹੇਗਾ, ਗੁਰੂ ਦੇ ਰੂਪ ਵਿੱਚ ਸਦਾ ਹਾਜ਼ਰ ਰਹੇਗਾ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਮਹਾਰਾਜ ਫਿਰ ਰੀਇਨਫੋਰਸ ਕਰਦੇ ਹਨ, ਮਨ ਨੂੰ ਪਿਆਰ ਦਿੰਦੇ ਹਨ, ਤੂੰ ਸਦਾ ਸੱਚ ਨੂੰ ਸੰਭਾਲ ਕੇ ਜੀ, ਨਿਰੰਕਾਰ ਨੂੰ ਮਿਲਣ ਦੀ ਤਿਆਰੀ ਵਿੱਚ ਰਹਿ, ਪ੍ਰੇਮ ਵਿੱਚ, ਗੁਰੂ ਦੀ ਹਜ਼ੂਰੀ ਵਿੱਚ ਰਹਿ। ਗੁਰੂ ਅਮਰਦਾਸ ਮਹਾਰਾਜ ਦੀ ਇਸ ਪਿਆਰੀ ਬਾਣੀ ਦੇ 11ਵੀਂ ਪਦੀ ਦੇ ਵਿਚਾਰ ਇਤਨੀ ਪ੍ਰਵਾਨ ਕਰਨਾ। ਮੇਰੀਆਂ ਅਨੇਕਾਂ ਹੀ ਭੁੱਲਾਂ ਹਨ, ਜ਼ਰੂਰ ਸੁਧਾਰ ਕਰਨਾ। ਆਪ ਦਾ ਬਹੁਤ ਧੰਨਵਾਦ ਹੈ, ਗੁਰੂ ਦੀ ਅਪਾਰ ਕਿਰਪਾ ਹੈ। ਸਮਝਣਾ ਮੇਰੇ ਜੀਵਨ ਵਿੱਚ ਜਿਵੇਂ ਇੱਕ ਪ੍ਰਕਾਸ਼ ਦੀ ਕਿਰਨ ਦੀ ਤਰ੍ਹਾਂ ਇਹ ਸਮਾਂ ਮਿਲਦਾ ਹੈ। ਬਹੁਤ ਧੰਨਵਾਦ ਹੈ ਮਹਾਰਾਜ ਦਾ, ਆਪ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।